हाँ जी, सत श्री अकाल जी साਰਿਆਂ ਨੂੰ। मैं धर्मपाल सिंह हिसाब मास्टर गवर्नमेंट हाई ਸਕੂਲ ਪਤਾਰਾ ਵਿਖੇ ਆਪ ਜੀ ਦਾ ਸਵਾਗਤ ਕਰਦਾ ਹਾਂ। ਵਿਦਿਆਰਥੀਓ, ਜਿਵੇਂ ਕਿ ਅਸੀਂ ਪਿਛਲੇ ਲੈਕਚਰਾਂ ਦੇ ਵਿੱਚ ਕਲਾਸ 8ਵੀਂ ਦਾ 5ਵਾਂ ਅਧਿਆਇ ਆંકੜਿਆਂ ਦਾ ਪ੍ਰਬੰਧਨ ਦੇ ਬਾਰੇ ਗੱਲਬਾਤ ਕਰ ਰਹੇ ਹਾਂ। ਅੱਜ ਉਸ ਹੀ ਲੜੀ ਦਾ ਜਿਹੜਾ ਚੈਪਟਰ ਹੈ, ਤੁਸੀਂ 5ਵਾਂ ਚੈਪਟਰ ਉਸ ਹੀ ਲੜੀ ਦੇ ਵਿੱਚ ਖਤਮ ਕੀਤਾ ਹੈ ਤੇ ਅੱਜ ਦੇ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਪੂਰੇ ਅਧਿਆਇ ਦੀ ਦੁਹਰਾਈ ਕਰਾਵਾਂਗਾ ਤੇ ਨਾਲੇ ਇਹ ਵੀ ਦੇਖਾਂਗਾ ਕਿ ਤੁਸੀਂ ਇਹਦੇ ਵਿੱਚ ਕਿੰਨਾ ਕੁ ਹਲੇ ਤੱਕ ਸਮਝਿਆ ਹੈ ਤੇ ਤੁਸੀਂ ਇਸ ਲੈਕਚਰ ਦੇ ਦੌਰਾਨ ਆਪਣੇ ਆਪ ਦੀ ਨੌਲੇਜ ਵੀ ਚੈੱਕ ਕਰਨਾ ਕਿ ਕੀ ਕੋਈ ਚੀਜ਼ ਇਸ ਲੈਕਚਰ ਦੇ ਦੌਰਾਨ ਇਦਾਂ ਦੀ ਤਾਂ ਨਹੀਂ ਹੈ ਕਿ ਕੋਈ ਲੈਕਚਰ ਤੁਹਾਡੇ ਕੋਲੋਂ ਮਿਸ ਹੋ ਗਿਆ ਹੋਵੇ। ਠੀਕ ਹੈ ਜੀ। ਤੇ ਜੇ ਹੋ ਵੀ ਗਿਆ ਹੋਵੇ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਲੈਕਚਰ ਦੇ ਵਿੱਚ ਉਹਨਾਂ ਸਾਰੀਆਂ ਚੀਜ਼ਾਂ ਨੂੰ ਸਮ ਅਪ ਕਰੀਏ ਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈਗਾ ਸਮਝਣ ਦੀ ਕੋਸ਼ਿਸ਼ ਕਰੀਏ। ਚਲੋ ਆਓ ਵਿਦਿਆਰਥੀਓ, ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਆંકੜਿਆਂ ਦਾ ਪ੍ਰਬੰਧਨ ਸ਼ਬਦ, ਜਿਹੜਾ ਆંકੜੇ ਸ਼ਬਦ ਹੈ ਉਸ ਤੋਂ ਸ਼ੁਰੂਆਤ ਕਰਦੇ ਹਾਂ ਕਿ ਆંકੜੇ ਕੀ ਹੁੰਦੇ ਹਨ। ਇਸ ਦੇ ਬਾਰੇ ਵਿਦਿਆਰਥੀ ਜਦੋਂ ਅਸੀਂ ਗੱਲ ਕਰਦੇ ਹਾਂ, ਅਸੀਂ ਕਈ ਉਦਾਹਰਨਾਂ ਲਈਆਂ। ਅਸੀਂ ਲਿਆ ਕਿ ਇੱਕ ਕਲਾਸ ਦੇ ਵਿੱਚ ਬੱਚਿਆਂ ਦੁਆਰਾ ਗਣਿਤ ਦੇ ਟੈਸਟ ਚੋਂ ਪ੍ਰਾਪਤ ਕੀਤੇ ਗਏ ਨੰਬਰ, ਮੈਂ ਕਿਹਾ ਜੀ 10 ਵਿੱਚੋਂ 5 ਨੰਬਰ, 10 ਨੰਬਰ, 8 ਨੰਬਰ, 2 ਨੰਬਰ, 1 ਨੰਬਰ, 7 ਨੰਬਰ, 9 ਨੰਬਰ, 7 ਨੰਬਰ, 6 ਨੰਬਰ, 5 ਨੰਬਰ, 4 ਨੰਬਰ। ਇਸ ਢੰਗ ਦੇ ਨਾਲ ਜਿਹੜੀ ਹੈਗੀ ਆ ਮੈਂ ਉਸ ਕਲਾਸ ਦੇ ਵਿੱਚ ਜਿੰਨੇ ਵੀ ਵਿਦਿਆਰਥੀ ਸਨ ਉਹਨਾਂ ਵਿਦਿਆਰਥੀਆਂ ਦੇ ਗਣਿਤ ਵਿਸ਼ੇ ਦੇ 10 ਚ ਜਿੰਨੇ ਨੰਬਰ ਲੱਗੇ ਸਨ ਉਹ ਮੈਂ ਲਿਖਦਾ ਰਿਹਾ। ਠੀਕ ਹੈ ਜੀ। ਜਿਹੜੀ ਇਹ ਸੂਚੀ ਮੈਂ ਤਿਆਰ ਕਰਦਾ ਹਾਂ ਇਹ ਸਾਡੇ ਵਾਸਤੇ ਆંકੜਾ ਖਵਾਉਂਦੀ ਹੈ। ਠੀਕ ਹੈ ਜੀ। ਤੇ ਜੇ ਇਸ ਆંકੜੇ ਨੂੰ ਗਣਿਤ ਦੀ ਓਵਲੀ ਬ੍ਰਾਂਚ ਜਿਹੜੀ ਇਹਨਾਂ ਆંકੜਿਆਂ ਨੂੰ ਸਹੀ ਢੰਗ ਨਾਲ ਸਾਡੇ ਸਾਹਮਣੇ ਪੇਸ਼ ਕਰਦੀ ਹੈ ਉਹ ਆંકੜਿਆਂ ਦਾ ਪ੍ਰਬੰਧਨ ਅਖਵਾਉਂਦੀ ਹੈ। ਠੀਕ ਹੈ ਵਿਦਿਆਰਥੀਓ, ਇਹ ਤਾਂ ਹੋਈ ਗੱਲ ਆંકੜਿਆਂ ਦੀ। ਠੀਕ ਹੈ। ਹੁਣ ਆંકੜਿਆਂ ਦੇ ਵਿੱਚ ਅਸੀਂ ਆਪਣੇ ਲੈਕਚਰਸ ਦੇ ਵਿੱਚ ਕਈ ਚੀਜ਼ਾਂ ਦੇਖੀਆਂ, ਜਿਵੇਂ ਕਿ ਸਭ ਤੋਂ ਪਹਿਲਾਂ ਅਸੀਂ ਗੱਲ ਕੀਤੀ ਸੀ ਚਿੱਤਰ ਗ੍ਰਾਫ ਦੀ। ਸਭ ਤੋਂ ਪਹਿਲਾਂ ਗੱਲ ਕੀਤੀ ਗਈ ਸੀ ਚਿੱਤਰ ਗ੍ਰਾਫ ਦੀ। ਜਿਹੜਾ ਚਿੱਤਰ ਗ੍ਰਾਫ ਸੀ ਉਹ ਕੀ ਸੀਗਾ, ਜੇ ਆਪਾਂ ਨੂੰ ਯਾਦ ਹੋਵੇ ਤਾਂ ਆਪਾਂ ਨੂੰ ਯਾਦ ਹੈ ਕਿ ਇੱਕ ਆਪਣੀ ਕਿਤਾਬ ਦੇ ਵਿੱਚ ਕਾਫੀ ਸਾਰੀਆਂ ਉਦਾਹਰਨਾਂ ਹਨ, ਜਿਨ੍ਹਾਂ ਵਿੱਚੋਂ ਇੱਕ ਉਦਾਹਰਨ ਇਹ ਵੀ ਹੈ ਕਿ ਮੰਨ ਲਓ ਇੱਕ ਕਾਰ ਹੈ, ਇੱਥੇ ਆਪਾਂ ਕਾਰਾਂ ਬਣਾ ਦਿੰਦੇ ਆ। ਠੀਕ ਹੈ ਜੀ। ਜੇਕਰ ਤੁਹਾਨੂੰ ਯਾਦ ਹੋਏਗਾ ਥੋੜਾ ਜਿਹਾ। ਠੀਕ ਹੈ ਜੀ। ਇੱਕ ਕਾਰ ਹੋਰ ਹੈ, ਇੱਥੇ ਅਸੀਂ ਬਣਾ ਲਈ ਜੀ ਪਿਕਟੋਰੀਅਲ ਫਾਰਮ ਦੇ ਵਿੱਚ। ਅਸੀਂ ਇਸ ਤਰ੍ਹਾਂ ਕਰ ਦਿੱਤਾ ਤੇ ਉੱਪਰ ਉਹਨੇ ਸਾਨੂੰ ਸਿਰਫ ਇੱਕ ਹਿੰਟ ਇਹ ਦੇ ਦਿੱਤਾ ਕਿ ਜਿਹੜੀ ਇੱਕ ਕਾਰ ਹੈ ਉਹ ਜਿਹੜੀ ਹੈ ਉਹ 100 ਕਾਰਾਂ ਦੇ ਬਰਾਬਰ ਹੈ। ਇੱਕ ਚਿੱਤਰ ਜਿਹੜਾ 100 ਚਿੱਤਰਾਂ ਦੇ ਬਰਾਬਰ ਹੈ। ਤੇ ਅਸੀਂ ਚਿੱਤਰਗ੍ਰਾਫ ਦੇ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਜੇਕਰ ਕਿਸੇ ਕੰਪਨੀ ਨੇ ਵੱਖਰੀਆਂ ਵੱਖਰੀਆਂ ਕਾਰਾਂ ਵੇਚੀਆਂ ਹੋਣ, ਹੈ ਮੰਨ ਲਓ ਉਹਨੇ ਆਪਣੇ ਚਿੱਤਰ ਦੇ ਵਿੱਚ 2 ਕਾਰਾਂ ਸ਼ੋਅ ਕੀਤੀਆਂ ਹੋਈਆਂ ਕੰਪਨੀ A ਨੇ, ਤਾਂ ਇਹਦਾ ਮਤਲਬ ਇਹ ਆ ਉਸ ਸਾਲ ਜਿਹੜੇ ਉਸ ਕੰਪਨੀ ਦੇ ਕਾਰਾਂ ਜਿਹੜੀਆਂ ਵਿਕੀਆਂ ਆ ਉਹ 200 ਕਾਰਾਂ ਵਿਕੀਆਂ। ਠੀਕ ਹੈ ਜੀ। ਇਸੇ ਤਰੀਕੇ ਦੇ ਨਾਲ ਜੇਕਰ ਮੰਨ ਲਓ ਉੱਥੇ ਇੱਕ ਕਾਰ ਪੂਰੀ ਤੇ ਇੱਕ ਕਾਰ ਇਸ ਢੰਗ ਨਾਲ ਅੱਧੀ ਦਿੱਤੀ ਗਈ ਹੋਵੇ। ਠੀਕ ਹੈ ਜੀ। ਤੇ ਇਹਦਾ ਮਤਲਬ ਹੈ ਇਹ 1 ਜਮਾ ਅੱਧਾ, ਯਾਨੀ ਕਿ 100 ਜਮਾ ਅੱਧਾ ਕਿੰਨਾ ਹੋ ਗਿਆ, 150 ਕਾਰਾਂ ਜਿਹੜੀਆਂ ਹੈਗੀਆਂ ਆ ਉਹਦੀਆਂ ਵਿਕੀਆਂ ਹੋਣਗੀਆਂ। ਤੇ ਇਹਨੂੰ ਚਿੱਤਰਗ੍ਰਾਫ ਦੇਖੋ, ਇਹ ਚੀਜ਼ ਜਿਹੜੀ ਮੈਂ ਐਸਟੀਮੇਟ ਲਗਾ ਰਿਹਾ ਕਰ ਰਿਹਾ, ਮੈਂ ਸਿਰਫ ਇੱਕ ਚਿੱਤਰ ਦੇਖ ਰਿਹਾ ਆ ਤੇ ਉਸ ਚਿੱਤਰ ਦੇ ਵਿੱਚ ਦਿੱਤੀ ਹੋਈ ਜਾਣਕਾਰੀ ਨੂੰ ਮੈਂ ਬੜੇ ਆਰਾਮ ਦੇ ਨਾਲ ਤੇ ਬੜੀ ਆਸਾਨੀ ਦੇ ਨਾਲ ਜਿਹੜਾ ਹੈਗਾ ਉਹਨੂੰ ਸਮਝ ਪਾ ਰਿਹਾ ਹਾਂ ਤੇ ਕਿਸੇ ਦੂਸਰੇ ਨੂੰ ਵੀ ਸਮਝਾ ਪਾ ਰਿਹਾ ਹਾਂ। ਠੀਕ ਹੈ ਜੀ। ਸੋ ਵਿਦਿਆਰਥੀਓ, ਇਹ ਚਿੱਤਰ ਗ੍ਰਾਫ ਦਾ ਜਿਹੜਾ ਹੈਗਾ ਆ ਸਭ ਤੋਂ ਅੱਛਾ ਐਸਪੈਕਟ ਹੁੰਦਾ ਆ ਕਿ ਕੋਈ ਵੀ ਚੀਜ਼ ਸਿਰਫ ਵੇਖ ਕੇ ਜਿਹੜੀ ਹੈਗੀ ਆ ਉਹਨੂੰ ਸਮਝਿਆ ਜਾ ਸਕਦਾ, ਉਹਦੇ ਆંકੜਿਆਂ ਨੂੰ ਸਮਝਿਆ ਜਾ ਸਕਦਾ ਹੈ। ਠੀਕ ਹੈ ਜੀ। ਸੋ ਦੂਸਰੇ ਨੰਬਰ ਦੇ ਉੱਤੇ ਜਿਹੜਾ ਵਿਦਿਆਰਥੀਓ ਅਸੀਂ ਚੀਜ਼ ਕੀਤੀ ਸੀ ਉਹ ਸੀ ਸਾਡੇ ਕੋਲ ਇੱਕ ਛੜ ਗ੍ਰਾਫ। ਤੁਹਾਨੂੰ ਯਾਦ ਹੋਏਗਾ ਕੀ ਸੀ ਸਾਡੇ ਕੋਲ ਸੈਕਿੰਡ ਨੰਬਰ ਦੇ ਵਿੱਚ ਚੀਜ਼ ਸੀ ਛੜ ਗ੍ਰਾਫ। ਜਿਹੜਾ ਛੜ ਗ੍ਰਾਫ ਸੀ ਉਹ ਸਾਡੇ ਵਾਸਤੇ ਥੋੜਾ ਜਿਹਾ ਮਤਲਬ ਲੈਂਥੀ, ਜਦੋਂ ਆਪਾਂ ਟੌਪਿਕ ਕੀਤਾ ਤੇ ਉਦੋਂ ਥੋੜਾ ਜਿਹਾ ਲੈਂਥੀ ਲੱਗਿਆ ਕਿ ਛੜ ਗ੍ਰਾਫ ਬਣਾਈਏ ਕਿੱਦਾਂ, ਕਿਉਂਕਿ ਇਹਦੇ 2 ਤਰੀਕੇ ਨੇ। ਠੀਕ ਹੈ ਜੀ। ਪਹਿਲਾ ਤਰੀਕਾ ਕੀ ਸੀ ਕਿ ਛੜ ਗ੍ਰਾਫ ਦੇ ਵਾਸਤੇ ਸਾਨੂੰ ਸਿੱਧੇ ਤੌਰ ਦੇ ਉੱਤੇ ਕੋਈ ਨਾ ਕੋਈ ਚੀਜ਼ ਦਿੱਤੀ ਹੋਏਗੀ। ਠੀਕ ਹੈ ਜੀ। ਕਿਵੇਂ ਦਿੱਤੀ ਹੋਏਗੀ, ਮੰਨ ਲਓ ਮੈਂ ਆਪਣੇ ਮੁਹੱਲੇ ਦੇ ਵਿੱਚ ਇੱਕ ਸਰਵੇ ਕੀਤਾ ਆ। ਆਪਣੇ ਮੁਹੱਲੇ ਦੇ ਵਿੱਚ ਮੈਂ ਸਰਵੇ ਕੀਤਾ ਕਿ ਕਾਰਾਂ ਕਿੰਨੇ ਘਰਾਂ ਦੇ ਕੋਲ ਨੇ। ਮੇਰੇ ਮੁਹੱਲੇ ਦੇ ਵਿੱਚ ਮੰਨ ਲਓ 30 ਘਰ ਨੇ ਮੇਰੀ ਲੋਕੈਲਿਟੀ ਦੇ ਵਿੱਚ, ਤੇ ਕਾਰਾਂ ਦੀ ਸੰਖਿਆ ਜਿਹੜੀ ਹੈਗੀ ਆ 10 ਘਰ ਇਦਾਂ ਦੇ ਨੇ ਜਿਨ੍ਹਾਂ ਦੇ ਕੋਲ ਕਾਰਾਂ ਹੈਗੀਆਂ ਆ। ਠੀਕ ਹੈ ਜੀ। ਉਸ ਤੋਂ ਬਾਅਦ ਅਸੀਂ ਬਾਈਕ ਦੀ ਗੱਲ ਕਰ ਲੈਂਦੇ ਹਾਂ, ਮੋਟਰਸਾਈਕਲਾਂ ਦੀ ਗੱਲ ਕਰ ਲੈਂਦੇ ਆ, ਤੇ 25 ਘਰ ਇਹੋ ਜਿਹੇ ਨੇ ਜਿਨ੍ਹਾਂ ਦੇ ਕੋਲ ਬਾਈਕ ਹੈਗੀ ਆ, ਤੇ ਫਿਰ ਸਾਈਕਲ ਦੀ ਗੱਲ ਕਰ ਲੈਂਦੇ ਆ,
10 ਘਰ ਇਹੋ ਜਿਹੇ ਨੇ ਜਿਨ੍ਹਾਂ ਕੋਲ ਸਾਈਕਲ ਵੀ ਹੈ, ਠੀਕ ਹੈ ਜੀ। ਮੈਂ ਕਿਤੇ ਇਹ ਨਹੀਂ ਕਿਹਾ ਕਿ ਜਿਹਦੇ ਕੋਲ ਸਾਈਕਲ ਹੈ ਉਹਦੇ ਕੋਲ ਬਾਈਕ ਨਹੀਂ ਹੋਣੀ ਚਾਹੀਦੀ, ਠੀਕ ਹੈ ਜੀ। ਅਸੀਂ ਤਾਂ ਸਿਰਫ ਇੱਕ ਅੰਦਾਜ਼ਾ ਲਾਇਆ ਕਿ ਵਹੀਕਲ ਜਿਹੜੇ ਹੈਗੇ ਆ, ਕਾਰਾਂ ਵਾਲੇ ਕਿੰਨੇ ਨੇ, ਬਾਈਕ ਵਾਲੇ ਕਿੰਨੇ ਨੇ, ਸਾਈਕਲ ਵਾਲੇ ਤੇ ਬਿਨਾਂ ਕਿਸੇ ਚੀਜ਼ ਤੋਂ ਜਿਹੜਾ ਕੋਈ ਵਹੀਕਲ ਹੈ ਉਹਦੇ ਵਿੱਚ ਬਿਨਾਂ ਕੋਈ ਚੀਜ਼ ਉੱਪਰਲੀ ਕੋਈ ਵੀ ਚੀਜ਼ ਜਿਹੜੀ ਹੈਗੀ ਇਹਦੇ ਵਿੱਚ ਸ਼ਾਮਿਲ ਨਹੀਂ ਹੈਗੀ ਆ। ਇਦਾਂ ਦੇ ਘਰ ਜਿਹੜੇ ਹੈਗੇ ਨੇ ਸਾਡੇ ਕੋਲ ਕਿੰਨੇ ਨੇ, ਕੁੱਲ ਮਿਲਾ ਕੇ 5 ਘਰ ਜਿਹੜੇ ਹੈਗੇ ਮੈਂ ਮੰਨ ਲੈਣਾ ਸਾਡੇ ਕੋਲ ਇਦਾਂ ਦੇ ਨੇ ਜਿਨ੍ਹਾਂ ਦੇ ਕੋਲ ਕੋਈ ਵੀ ਜਿਹੜੀ ਹੈਗੀ ਆ ਚੀਜ਼ ਨਹੀਂ ਆ। ਫਿਰ ਇਹਨੂੰ ਛੜ ਗ੍ਰਾਫ ਦੇ ਵਿੱਚ ਕਿਵੇਂ ਬਣਾਉਣਾ ਹੈ ਆਪਾਂ ਜੀ? ਅਸੀਂ ਸਭ ਤੋਂ ਪਹਿਲਾਂ ਇਧਰਲੇ ਪਾਸੇ ਲਿਖ ਦੇਣੀਆਂ ਆ ਇੱਕ ਕਾਰਾਂ, ਬਾਈਕ, ਸਾਈਕਲ ਤੇ ਕੋਈ ਨਹੀਂ, ਜਿਹਨਾਂ ਕੋਲ ਕੋਈ ਨਹੀਂ। ਇਧਰ ਗਿਣਤੀ ਪਾ ਦਿੰਦੇ ਆ ਜੀ। ਸਾਡੇ ਆਪਾਂ ਦੇਖਦੇ ਆ 5 ਦੇ ਪਹਾੜੇ ਜਾਂਦੇ ਨੇ, ਇਸ ਕਰਕੇ 5 10 15 20 ਤੇ 25 ਤੱਕ ਜਿਹੜਾ ਹੈਗਾ ਇਹਨੂੰ ਕਰ ਲੈਂਦੇ ਆ। ਕਾਰਾਂ ਕਿੰਨੀਆਂ ਨੇ ਜੀ? 10 ਘਰਾਂ ਦੇ ਵਿੱਚ ਕਾਰਾਂ ਨੇ, ਆ 10 ਘਰਾਂ ਨੇ। ਬਾਈਕ ਕਿੰਨਿਆਂ ਚ ਨੇ ਜੀ? 25 ਚ ਨੇ। ਦੇਖੋ ਬਰਾਬਰ ਮੋਟਾਈ ਵਾਲੀ ਆਇਤ ਤੇ ਬਰਾਬਰ ਦੂਰੀ ਤੇ ਹੋਣੀ ਚਾਹੀਦੀ ਆ, ਠੀਕ ਹੈ ਜੀ। 25 ਨੇ। ਆ ਸਾਈਕਲ 10 ਕੋਲ ਨੇ ਜੀ, ਇਧਰ ਆ ਜੀ। ਤੇ ਇਦਾਂ ਦੇ 5 ਪਰਿਵਾਰ ਨੇ ਜਿਨ੍ਹਾਂ ਦੇ ਕੋਲ ਕੋਈ ਵੀ ਸਾਧਨ ਨਹੀਂ ਹੈ, ਠੀਕ ਹੈ ਜੀ। ਸੋ ਇਹ ਚੀਜ਼ ਆ ਗਈ ਆ। ਇਹਦੇ ਵਿੱਚ ਮਤਲਬ ਤੁਹਾਨੂੰ ਇਹ ਸਵਾਲ ਪੁੱਛਿਆ ਜਾਵੇ ਇਸ ਛੜ ਗ੍ਰਾਫ ਤੋਂ, ਮੰਨ ਲਓ ਇਹ ਵੀ ਇੱਕ ਜੇ ਦੇਖੋ ਜੇਕਰ ਕੱਲੀ ਆ ਚੀਜ਼ ਦਿੱਤੀ ਗਈ ਹੋਵੇ, ਆ ਛੜ ਗ੍ਰਾਫ ਹੈ ਤੇ ਇਹ ਕੀ ਹੈ, ਇੱਕ ਪਿਕਟੋਰੀਅਲ ਫਾਰਮ ਹੈ। ਪਿਕਟੋਰੀਅਲ ਫਾਰਮ ਦਾ ਮਤਲਬ ਹੁੰਦਾ ਹੈ ਇਹ ਵੀ ਇੱਕ ਚਿੱਤਰ ਗ੍ਰਾਫ ਦੀ ਤਰ੍ਹਾਂ ਹੀ ਤੁਹਾਨੂੰ ਦਿੱਤਾ ਹੋਇਆ ਕਿਉਂਕਿ ਇਹਦਾ ਚਿੱਤਰ ਬਣਿਆ ਹੋਇਆ ਸਾਡੇ ਸਾਹਮਣੇ, ਠੀਕ ਹੈ ਜੀ। ਇਹਦੇ ਵਿੱਚ ਕੀ ਹੈ, ਇਸ ਪਿਕਟੋਰੀਅਲ ਫਾਰਮ ਦੇ ਵਿੱਚ ਛੜ ਗ੍ਰਾਫ ਦੇ ਰਾਹੀਂ ਸਾਨੂੰ ਉਹ ਸਾਰੀਆਂ ਚੀਜ਼ਾਂ ਦਰਸਾਈਆਂ ਗਈਆਂ। ਮੈਨੂੰ ਕੀ ਪਤਾ ਲੱਗਦਾ ਹੈ, ਮੇਰੇ ਤੋਂ ਕੋਈ ਹੁਣੇ ਪੁੱਛ ਰਿਹਾ ਕਿ ਤੁਹਾਡੇ ਮੁਹੱਲੇ ਦੇ ਵਿੱਚ ਸਭ ਤੋਂ ਵੱਧ ਲੋਕ ਕਿਸ ਵਾਹਨ ਦੇ ਵਿੱਚ ਸਭ ਤੋਂ ਵੱਧ ਸਫ਼ਰ ਕਰਦੇ ਨੇ? ਬਾਈਕ ਦੇ ਵਿੱਚ ਸਫ਼ਰ ਕਰਦੇ ਨੇ ਸਭ ਤੋਂ ਵੱਧ ਜਣੇ, ਠੀਕ ਹੈ ਜੀ। ਬਾਈਕ ਸਾਰਿਆਂ ਦੇ ਕੋਲ ਹੈਗੀ ਆ। ਕਿੰਨੇ ਪਰਿਵਾਰ ਹੈਗੇ ਨੇ ਜਿਹੜੇ ਕੋਈ ਵੀ ਚੀਜ਼ ਨੂੰ ਅਫੋਰਡ ਨਹੀਂ ਕਰ ਪਾਉਂਦੇ, ਠੀਕ ਹੈ ਜੀ, ਜਾਂ ਉਹਨਾਂ ਦੇ ਸਿਧਾਂਤ ਇਦਾਂ ਦੇ ਨੇ ਕਿ ਉਹ ਪੈਦਲ ਚੱਲਣਾ ਜ਼ਿਆਦਾ ਪਸੰਦ ਕਰਦੇ ਨੇ ਬਜਾਏ ਕਿ ਕਿਸੇ ਕਨਵੈਂਸ ਯੂਜ਼ ਕਰਨ ਦੇ। ਤਾਂ ਇਹੋ ਜਿਹੇ 5 ਪਰਿਵਾਰ ਨੇ ਜਿਨ੍ਹਾਂ ਦੇ ਕੋਲ ਕੋਈ ਵੀ ਵਾਹਨ ਨਹੀਂ ਹੈ, ਠੀਕ ਹੈ ਜੀ। ਇਸ ਚੀਜ਼ ਤੋਂ ਛੜ ਗ੍ਰਾਫ ਬਣਾਇਆ ਜਾ ਸਕਦਾ ਹੈ। ਛੜ ਗ੍ਰਾਫ ਤੋਂ ਇਹ ਵਾਲੀ ਜਾਣਕਾਰੀ ਲਈ ਜਾ ਸਕਦੀ ਹੈ, ਠੀਕ ਹੈ। ਦੋਨਾਂ ਵਿੱਚੋਂ ਕੋਈ ਇੱਕ ਚੀਜ਼ ਸਾਨੂੰ ਦਿੱਤੀ ਹੋਵੇ ਅਸੀਂ ਉਹਨੂੰ ਦੂਜੇ ਦੇ ਵਿੱਚ ਬਦਲ ਸਕਦੇ ਹਾਂ, ਠੀਕ ਹੈ ਜੀ। ਸੋ ਤੇ ਤੀਸਰੀ ਚੀਜ਼ ਵਿਦਿਆਰਥੀਓ ਅਸੀਂ ਜਿਹੜੀ ਇਹਦੇ ਵਿੱਚ ਇਸ ਅਧਿਆਇ ਦੇ ਵਿੱਚ ਕੀਤੀ ਸੀ, ਇਸ ਚੈਪਟਰ ਦੇ ਵਿੱਚ ਆંકੜਿਆਂ ਦਾ ਪ੍ਰਬੰਧਨ ਜਿਹੜਾ ਚੈਪਟਰ ਹੈ ਉਹਦੇ ਵਿੱਚ ਅਸੀਂ ਕੀਤੀ ਸੀਗੀ ਦੋਹਰਾ ਛੜ ਗ੍ਰਾਫ। ਦੋਹਰਾ ਛੜ ਗ੍ਰਾਫ, ਜਿਹੜਾ ਦੋਹਰਾ ਛੜ ਗ੍ਰਾਫ ਹੈ ਉਹਦਾ ਮਤਲਬ ਕੀ ਸੀਗਾ ਕਿ ਆਪਾਂ ਇਹਦੇ ਵਿੱਚ ਇੱਕ ਉਦਾਹਰਨ ਲਈ ਸੀਗੀ ਕਿ ਇੱਕ ਸਕੂਲ ਹੈ, ਉਹਦੇ ਵਿੱਚ ਕੀ ਆ, ਮੰਨ ਲਓ ਇੱਥੇ ਆਪਾਂ ਕਹਿ ਦਿੰਦੇ ਆ ਕਿ ਇੱਕ ਸਕੂਲ ਹੈ A, ਦੂਜਾ ਸਕੂਲ ਹੈ B ਤੇ ਤੀਜਾ ਸਕੂਲ ਹੈ C। ਇਹਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਜਿਹੜੇ ਕਿ ਸਾਈਕਲ ਤੇ ਆਉਂਦੇ ਹਨ ਜਾਂ ਫਿਰ ਪੈਦਲ ਆਉਂਦੇ ਹਨ, ਠੀਕ ਹੈ ਜੀ। ਸਾਈਕਲ ਦੇ ਵਿਦਿਆਰਥੀ ਆਉਂਦੇ ਹਨ ਇਹਦੇ ਵਿੱਚ ਜੀ 20, ਪੈਦਲ ਆਉਂਦੇ ਹਨ 10, ਸਾਈਕਲ ਤੇ ਆਉਂਦੇ ਹਨ 15, ਪੈਦਲ ਆਉਂਦੇ ਹਨ 5, ਸਾਈਕਲ ਤੇ ਆਉਂਦੇ ਹਨ 20 ਤੇ 25 ਕਰ ਲਓ ਤੇ ਪੈਦਲ ਆਉਂਦੇ ਹਨ 5, ਠੀਕ ਹੈ ਜੀ। ਸੋ ਇਹ ਇੱਕ ਆંકੜਾ ਜਿਹੜਾ ਹੈਗਾ ਆ ਉਹ ਦਿੱਤਾ ਕਿ ਮੈਂ ਇਹ ਮੰਨ ਕੇ ਚੱਲਿਆ ਤਿੰਨਾਂ ਸਕੂਲਾਂ ਦੇ ਵਿੱਚ 30 ਵਿਦਿਆਰਥੀ ਨੇ, ਕੋਈ ਜ਼ਰੂਰੀ ਨਹੀਂ ਹੈ, ਜਿੰਨੇ ਮਰਜ਼ੀ ਹੋ ਸਕਦੇ ਨੇ, ਠੀਕ ਹੈ ਜੀ। ਹੁਣ ਇਹਦੇ ਵਿੱਚ ਕੀ ਆ, ਹੁਣ ਇਹਦਾ ਦੋਹਰਾ ਛੜ ਗ੍ਰਾਫ ਕਿਵੇਂ ਬਣੇਗਾ? ਦੇਖੋ ਹੁਣ ਇੱਥੇ ਮੈਂ ਦੋਹਰਾ ਛੜ ਗ੍ਰਾਫ ਬਣਾਉਣ ਦੀ ਕੋਸ਼ਿਸ਼ ਕਰਦਾ, ਧਿਆਨ ਨਾਲ ਦੇਖਿਓ ਜੀ ਇਸ ਚੀਜ਼ ਨੂੰ। ਸਭ ਤੋਂ ਪਹਿਲਾਂ ਮੈਂ ਦੇਖਾਂਗਾ ਇਧਰਲੇ ਪਾਸੇ ਅਸੀਂ ਸਾਈਕਲ ਪੈਦਲ ਸਕੂਲ A, ਸਕੂਲ B ਤੇ ਸਕੂਲ C ਦਾ ਜ਼ਿਕਰ ਕਰ ਲਿਆ। ਇਧਰਲੇ ਪਾਸੇ ਗਿਣਤੀ ਕਰਾਂਗਾ 5 ਤੇ 25, ਸਾਰੇ 5 ਦੇ ਮਲਟੀਪਲ ਨੇ। ਇਹ ਆ ਗਿਆ 5 10, 5 ਦੇ ਗੁਣਾਕ ਨੇ 15 20 ਤੇ 25। ਦੇਖੋ ਮੈਂ ਇੱਕ ਆਲੇਖ ਤਿਆਰ ਕਰਨ ਦੀ ਇੱਥੇ ਕੋਸ਼ਿਸ਼ ਕੀਤੀ ਆ, ਤੁਸੀਂ ਇਹ ਚੀਜ਼ ਆਪਣੇ ਗ੍ਰਾਫ ਪੇਪਰ ਦੇ ਉੱਤੇ ਖੁਦ ਤਿਆਰ ਕਰਕੇ ਉਹਦੇ ਨਾਲ ਤੁਹਾਡਾ ਕੰਮ ਕੀ ਹੋ ਜਾਏਗਾ, ਇਧਰਲੇ ਪਾਸੇ ਵੀ ਤੁਹਾਨੂੰ ਕੋਈ ਜਿੱਦਾਂ ਬਾਕਸ ਦਿੱਤੇ ਹੋਣਗੇ ਤੁਸੀਂ ਉਹਨਾਂ ਬਾਕਸਸ ਨੂੰ 1 2 3 4 5 ਪਾ ਸਕਦੇ ਹੋ। ਇਧਰਲੇ ਪਾਸੇ ਵੀ ਤੁਸੀਂ ਉਹ ਚੀਜ਼ ਜਿਹੜੀ ਹੈਗੀ ਆ ਕੈਲਕੂਲੇਟ ਈਜ਼ੀਲੀ ਕਰ ਸਕਦੇ ਹੋ, ਠੀਕ ਹੈ। ਉਸ ਤੋਂ ਬਾਅਦ ਕਿਉਂਕਿ ਇਹ 2 ਪੈਰਾਮੀਟਰ ਨੇ, 2 ਵੱਖਰੀਆਂ ਚੀਜ਼ਾਂ ਨੇ, ਇਹਨਾਂ ਨੂੰ ਮੈਂ 2 ਵੱਖਰੇ ਛੜਾਂ ਦੇ ਨਾਲ ਜਿਹੜਾ ਹੈਗਾ ਦਰਸਾਉਣਾ ਆ, ਤੇ ਫਿਰ ਮੈਂ ਕੀ ਕਰ ਸਕਦਾ ਆ, ਇਹਦੇ ਵਿੱਚ ਮੈਨੂੰ ਦੱਸਣਾ ਪਏਗਾ ਉਹਨੂੰ ਕਿ ਬਈ ਜਿਹੜੀ ਖਾਲੀ ਛੜ ਹੈਗੀ ਆ ਉਹਨੂੰ ਮੈਂ ਜਿਹੜਾ ਹੈਗਾ ਸਾਈਕਲ ਮੰਨਿਆ, ਤੇ ਜਿਹੜੀ ਛੜ ਜਿਹੜੀ ਹੈਗੀ ਆ ਭਰੀ ਹੋਏਗੀ ਉਹਨੂੰ ਮੈਂ ਕੀ ਮੰਨਿਆ, ਪੈਦਲ ਵਾਲੇ ਵਿਦਿਆਰਥੀਆਂ ਦੀ ਗਿਣਤੀ ਮੰਨ ਕੇ ਚੱਲ ਰਿਹਾ।
सब तो पहले स्कूल ए दे विच 20 विद्यार्थी इदां दे ने जिन्हां कोल साइकिल है। 20 विद्यार्थी इदां दे ने जिन्हां कोल साइकिल है। साइकिल वाला खाली सीगा चढ़। 10 विद्यार्थी इदां दे ने जिन्हां कोल की है जी पैदल जा रहे हैं। आ हो गया जी स्कूल ए दी इंफॉर्मेशन। स्कूल बी दे विच 15 विद्यार्थी ने जिन्हां कोल साइकिल है। आ हो गया जी 15 विद्यार्थी जिन्हां कोल साइकिल है ते 5 विद्यार्थी इदां दे ने जिन्हां दे कोल कुछ भी नहीं है। दूसरे सी दे विच 25 विद्यार्थी इहो ਜਿਹੇ ਨੇ जिन्हां दे कोल साइकिल है ते 5 विद्यार्थी इहो ਜਿਹੇ ਨੇ जिन्हां दे कोल कुछ भी नहीं है। सो ये स्कूल ए स्कूल बी स्कूल सी दा इकट्ठा कंपैरिजन आ गया। जेकर मैनू आ चीज दित्ती गई होवे सिर्फ इन्नी चीज ठीक है जी आ चीज दित्ती है ते मैनू किसी चीज की लोड़ नहीं। मैं इस ग्राफ नू देखते हुए इस आलेख नू देखते हुए मैं जो है ਤੁਹਾਡੇ ਸਵਾਲਾਂ ਦਾ ਜਵਾਬ ਦੇ ਸਕਦਾ। ਕਿਵੇਂ ਮੈਨੂੰ ਕੋਈ ਪੁੱਛੇ ਜੀ ਸਭ ਤੋਂ ਵੱਧ ਸਾਈਕਲ ਤੇ ਕਿਹੜੇ ਸਕੂਲ ਦੇ ਬੱਚੇ ਆਉਂਦੇ ਨੇ? ਸੀ ਸਕੂਲ ਦੇ ਬੱਚੇ ਆਉਂਦੇ ਨੇ ਜੀ ਸਭ ਤੋਂ ਵੱਧ ਸਾਈਕਲ ਤੇ। ਸਭ ਤੋਂ ਘੱਟ ਬੱਚੇ ਪੈਦਲ ਕਿਹੜੇ ਸਕੂਲ ਦੇ ਆਉਂਦੇ ਨੇ ਜੀ? ਇਹਨਾਂ ਦੋਨਾਂ ਸਕੂਲਾਂ ਦੇ ਆਉਂਦੇ ਨੇ। ਲੇਕਿਨ ਪਰਸੈਂਟੇਜ ਦੇ ਹਿਸਾਬ ਦੇ ਨਾਲ ਪ੍ਰਤੀਸ਼ਤ ਦੇ ਹਿਸਾਬ ਦੇ ਨਾਲ ਸਭ ਤੋਂ ਘੱਟ ਬੱਚੇ ਕਿਹੜੇ ਸਕੂਲ ਦੇ ਵਿੱਚ ਆਉਂਦੇ ਨੇ? ਦੇਖੋ ਇਹਦੇ ਵਿੱਚ 30 ਵਿੱਚੋਂ 5 ਬੱਚੇ ਜਿਹੜੇ ਹੈਗੇ ਨੇ ਪੈਦਲ ਆਉਂਦੇ ਨੇ। ਇਹਦੇ ਵਿੱਚੋਂ 20 ਵਿੱਚੋਂ 5 ਆਉਂਦੇ ਨੇ। ਇਹਦਾ ਮਤਲਬ ਇਹਦੇ ਘੱਟ ਨੇ ਠੀਕ ਹੈ ਜੀ। ਇਹਦੇ 25 ਬੱਚੇ ਸਾਈਕਲ ਜੇ ਨੇ 30 ਵਿੱਚੋਂ 5 ਬੱਚੇ ਜਿਹੜੇ ਹੈਗੇ ਨੇ ਇਸ ਸਕੂਲ ਦੇ 30 ਵਿੱਚੋਂ 5 ਬੱਚੇ ਜਿਹੜੇ ਨੇ ਉਹ ਪੈਦਲ ਜਾਂਦੇ ਨੇ। ਲੇਕਿਨ ਇਹਦੇ ਵਿੱਚੋਂ 20 ਦੇ ਵਿੱਚੋਂ 5 ਪੈਦਲ ਜਾਂਦੇ ਨੇ ਠੀਕ ਹੈ ਜੀ। ਇਹਦਾ ਮਤਲਬ ਇੱਧਰ ਪੈਦਲ ਵਾਲਿਆਂ ਦੀ ਗਿਣਤੀ ਚਾਹੇ ਸੇਮ ਹੈ ਲੇਕਿਨ ਉਹਦੀ ਪਰਸੈਂਟੇਜ ਵੱਧ ਹੈ ਇੱਧਰ ਘੱਟ ਹੈ ਠੀਕ ਹੈ ਜੀ। ਸੋ ਪਿਆਰੇ ਵਿਦਿਆਰਥੀਓ ਇਹ ਸੀ ਸਾਡੇ ਕੋਲ ਦੋਹਰਾ ਛੜ ਗ੍ਰਾਫ। ਅੱਛਾ ਇਸ ਦੋਹਰੇ ਛੜ ਗ੍ਰਾਫ ਦੇ ਵਿੱਚ ਸਾਡੇ ਕੋਲ ਇੱਕ ਚੀਜ਼ ਇੱਕ ਸਵਾਲ ਇਹ ਉੱਪਰ ਕੇ ਆਂਦਾ ਕਈ ਵਾਰ ਵਿਦਿਆਰਥੀ ਪੁੱਛਦਾ ਹੈ ਕਿ ਸਰ ਦੋਹਰਾ ਲਿਖਤਾ 13 ਹੋ ਸਕਦਾ ਹੈ। ਮੈਂ ਕਿਹਾ ਕਿਉਂ ਨਹੀਂ ਹੋ ਸਕਦਾ ਜੀ 13 ਠੀਕ ਹੈ ਜੀ। ਮੰਨ ਲਓ ਇੱਥੇ ਮੈਂ ਇੱਕ ਹੋਰ ਪੈਰਾਮੀਟਰ ਐਡ ਕਰ ਦਵਾਂ। ਮੈਂ ਕਹਿ ਦਵਾਂ ਨਾ ਜੀ ਨਾ ਮੈਂ ਥੋੜਾ ਜਿਹਾ ਸਵਾਲ ਨੂੰ ਬਦਲ ਰਿਹਾ ਠੀਕ ਹੈ ਜੀ। ਇਹ ਵਾਲੇ ਸਵਾਲ ਦੀ ਜੋ ਮੈਂ ਹੁਣ ਕਰਵਾ ਰਿਹਾ ਇਹਦੀ ਉਦਾਹਰਨ ਸਾਡੀ ਬੁੱਕ ਦੇ ਵਿੱਚ ਨਹੀਂ ਹੈਗੀ ਸਾਡੀ ਕਿਤਾਬ 'ਚ ਇਹਦੀ ਉਦਾਹਰਨ ਨਹੀਂ ਹੈ ਲੇਕਿਨ ਮੈਂ ਸਿਰਫ ਤੁਹਾਨੂੰ ਸਮਝਾਉਣ ਦੇ ਲਈ ਕਰਵਾ ਰਿਹਾ ਕਿ ਸਿਰਫ ਵਿਦਿਆਰਥੀਆਂ ਦੇ ਦਿਮਾਗ 'ਚ ਕੋਈ ਸ਼ੰਕਾ ਨਹੀਂ ਰਹਿਣੀ ਚਾਹੀਦੀ। ਅੱਜ ਕੱਲ ਵੈਸੇ ਤਾਂ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਬਾਈਕ ਉਹਨਾਂ ਨੂੰ ਅਲਾਉਡ ਨਹੀਂ ਆ ਲੇਕਿਨ ਅਸੀਂ ਕਹਿੰਦੇ ਆ ਕਿ ਸੀਨੀਅਰ ਸੈਕੰਡਰੀ ਸਕੂਲ ਹੈ ਉਹਦੇ ਵਿੱਚ +2 ਦੇ ਕੁਝ ਬੱਚੇ ਹੈਗੇ ਨੇ ਜਿਹੜੇ 18 ਸਾਲ ਤੋਂ ਉੱਪਰ ਨੇ ਤੇ ਉਹ ਬਾਈਕ ਜਿਹੜੀ ਹੈਗੀ ਆ ਉਹ ਚਲਾਉਂਦੇ ਨੇ। ਤਾਂ ਸਕੂਲ ਏ ਦੇ ਵਿੱਚ ਮੰਨ ਲਓ 2 ਬੱਚੇ ਨੇ ਬੀ ਦੇ ਵਿੱਚ 4 ਬੱਚੇ ਨੇ ਤੇ ਸੀ 'ਚ 1 ਬੱਚਾ ਆ ਠੀਕ ਹੈ ਜੀ। ਆ ਵੀ ਇੱਕ ਪੈਰਾਮੀਟਰ ਹੋ ਗਿਆ। ਤੇ ਤੁਸੀਂ ਇਹਨੂੰ ਕਿਸ ਢੰਗ ਨਾਲ ਦਰਸਾਉਣਾ ਆ? ਪਹਿਲੇ ਵਿੱਚ ਤੁਸੀਂ ਖਾਲੀ ਡੱਬਾ ਜਿਹੜਾ ਦਰਸਾਇਆ ਸੀਗਾ ਉਹ ਕਿਹਦੇ ਵਾਸਤੇ ਦਰਸਾਇਆ ਸੀ? ਸਾਈਕਲ ਵਾਸਤੇ। ਭਰਿਆ ਹੋਇਆ ਡੱਬਾ ਕਿਹਦੇ ਵਾਸਤੇ ਦਰਸਾਇਆ ਸੀ? ਪੈਦਲ ਵਾਸਤੇ। ਤੇ ਹੁਣ ਮੈਂ ਤੀਸਰਾ ਡੱਬਾ ਲੈ ਲੈਣਾ ਡਾਟਡ। ਦੇਖੋ ਆਇਆ ਡਾਟ ਪਾ ਲੇ। ਇਹ ਕਿਹਦੇ ਵਾਸਤੇ ਦਰਸਾ ਲਿਆ? ਬਾਈਕ ਵਾਸਤੇ। जिन्ने मर्जी किते जा सकते हैं बच्चे लेकिन इनू अपनी सहूलियत नाल देखो आंकड़ा का प्रबंधन असी इस करके करते हैं कि साडी मुश्किल आसान होवे ना कि इस करके कि तुसी अपनी मुश्किल नू वधा लो ठीक है जी। सो इस करके 3 तक दा ये वाजिब है। बाइक जिहड़ी हैगी 2 बच्चे चलदे ने इत्थे मैं आ ला लैने जी 2 ਇਹਦੇ ਵਿੱਚ ਦਾ ਡਾਟ ਮਾਰ ਦਿੰਨੇ ਠੀਕ ਹੈ ਜੀ। ਤੇ B ਸਕੂਲ ਦੇ 4 ਬੱਚੇ ਚੱਲਦੇ ਨੇ ਜੀ 5 ਤੋਂ ਥੋੜਾ ਜਿਹਾ ਘੱਟ ਹੈ ਜੀ ਇਹਨੂੰ ਕਰ ਲੈਂਦੇ ਆ ਜੀ ਹਲੋ। ਤੇ C ਸਕੂਲ ਦੇ ਵਿੱਚ ਸਿਰਫ ਇੱਕ ਵਿਦਿਆਰਥੀ ਹੈ ਜਿਹੜਾ ਬਾਈਕ ਵਿੱਚ ਆਉਂਦਾ ਹੈ ਇਹਨੂੰ ਇਦਾਂ ਕਰ ਦਿੰਦੇ। ਲਓ ਜੀ ਇਹ ਵੀ ਮੇਰੇ ਕੋਲ ਤਿਆਰ ਹੋ ਗਿਆ ਹੈ ਠੀਕ ਹੈ। ਸੋ ਇਦਾਂ ਦੀ ਗੱਲ ਨਹੀਂ ਆ ਕਿ ਛੜ ਗ੍ਰਾਫ ਕੱਲਾ ਹੋ ਸਕਦਾ ਆ ਛੜ ਗ੍ਰਾਫ ਦੋਹਰਾ ਹੋ ਸਕਦਾ ਆ ਛੜ ਗ੍ਰਾਫ 13 ਵੀ ਹੋ ਸਕਦਾ ਆ ਕੋਈ ਏਡੀ ਗੱਲ ਨਹੀਂ ਹੈ ਠੀਕ ਹੈ ਜੀ। ਸੋ ਵਿਦਿਆਰਥੀਓ ਹੁਣ ਅਸੀਂ ਗੱਲ ਕਰਦੇ ਹਾਂ ਇਸ ਤੋਂ ਬਾਅਦ ਇਹ ਸੀਗਾ ਸਾਡਾ ਹਾਲੇ ਤੱਕ ਜਿਹੜੀ ਚੀਜ਼ ਦੇਖੀ ਹੈ ਛੜ ਗ੍ਰਾਫ ਗਹਿਰਾ ਛੜ ਗ੍ਰਾਫ ਦੋਹਰਾ ਤੇ 13। ਹੁਣ ਉਸ ਤੋਂ ਬਾਅਦ ਗੱਲ ਕਰਦੇ ਹਾਂ ਇਹ ਹੈ ਆંકੜਿਆਂ ਦਾ ਸੰਗਠਨ ਕਿਵੇਂ ਕਰਨਾ ਹੈ। ਹਜੇ ਤੱਕ ਸਾਨੂੰ ਦਿੱਤੇ ਮਤਲਬ ਹਜੇ ਤੱਕ ਜਿਹੜੀ ਰੋਟੀ ਸੀ ਉਹ ਪੱਕੀ ਪਕਾਈ ਮਿਲ ਰਹੀ ਸੀ ਠੀਕ ਹੈ ਜੀ। ਪੱਕੀ ਪਕਾਈ ਰੋਟੀ ਦਾ ਮਤਲਬ ਇਹ ਆ ਕਿ ਮੈਨੂੰ ਹਜੇ ਤੱਕ ਇਹ ਗਿਣਤੀ ਪਹਿਲੇ ਪਤਾ ਸੀ ਕਿ ਬਾਈਕ ਦੇ ਵਿੱਚ 25 ਬੱਚੇ ਆ ਰਹੇ ਆ। ਮੈਂ ਗਿਣੇ ਨਹੀਂ ਆ ਬਾਈਕ ਦੇ ਵਿੱਚ 25 ਦੇ 25 ਬੱਚੇ ਆ ਰਹੇ ਆ ਠੀਕ ਹੈ ਜੀ। ਮੈਂ ਕਿਹਾ ਠੀਕ ਹੈ ਜੀ 25 ਬੱਚੇ ਆ ਰਹੇ ਤਾਂ ਵਧੀਆ ਗੱਲ ਹੈ ਠੀਕ ਹੈ। ਹੁਣ ਕੀ ਕਰਦੇ ਆ ਹੁਣ ਅਸੀਂ ਆંકੜਿਆਂ ਦਾ ਸੰਗਠਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਠੀਕ ਹੈ ਜੀ। ਜਿਹੜਾ ਆંકੜਿਆਂ ਦਾ ਸੰਗਠਨ ਦਾ ਮਤਲਬ ਹੈ ਮੇਰੇ ਕੋਲ ਇੱਕ ਖਿਲਰੇ ਹੋਏ ਆંકੜੇ ਹੋਣਗੇ ਉਹਨਾਂ ਨੂੰ ਮੈਂ ਇਕੱਠਾ ਕਿਵੇਂ ਕਰ ਸਕਦਾ ਹਾਂ ਠੀਕ ਹੈ ਜੀ। ਅਸੀਂ ਇਹਦੀ ਇੱਕ ਉਦਾਹਰਨ ਲਈ ਸੀਗੀ ਕਿ ਇੱਕ ਮਾਲ ਦੇ ਵਿੱਚ ਕੁਝ ਔਰਤਾਂ ਕੁਝ ਪੁਰਸ਼ ਕੁਝ ਲੜਕੇ ਤੇ ਕੁਝ ਲੜਕੀਆਂ ਸ਼ਾਪਿੰਗ ਕਰਦੀਆਂ ਨੇ ਤੇ ਉਹਨਾਂ ਦੀ ਗਿਣਤੀ ਨਹੀਂ ਉਹਨੇ ਕਹਿੰਦਾ 10 ਨੇ ਆਪਾਂ ਹੁਣ 10 ਲੈ ਕੇ ਚੱਲਦੇ ਹਾਂ ਛੋਟਾ ਕੰਮ ਕਰਨਾ ਆਪਾਂ। ਤੇ ਉਹਨੇ ਕੀ ਕੀਤਾ ਉਹ ਕਹਿੰਦਾ ਜੀ ਪੁਰਸ਼ ਔਰਤ ਲੜਕਾ ਲੜਕੀ ਲੜਕਾ ਔਰਤ ਔਰਤ ਲੜਕੀ ਤੇ ਪੁਰਸ਼ ਇਹ 10 ਬੱਚਿਆਂ ਦਾ ਡਾਟਾ ਆ। ਇਹਦੇ ਵਿੱਚ ਮੈਂ ਐਮ ਜਿਹੜਾ ਮੈਨ ਹੈ ਉਹਨੂੰ ਮੈਂ ਮੈਨ ਨੂੰ ਪੁਰਸ਼ ਮੰਨ ਲਿਆ W ਵੂਮਨ ਨੂੰ ਮੈਂ ਸਾਈਨ ਕਰਤਾ ਔਰਤ ਵਾਸਤੇ ਇਹ ਲੜਕਾ ਬॉय
बी नाल हो गया ते लड़की जिहड़ी गर्ल है वो जी दे नाल मैं इंटरप्रेट इत्थे कर दित्ती। उस तो बाद हुण इहदे मैं किवें कर सकदा हां, इहदे विच देखो सब तो पहले मैं की करांगा इन्हां दे पैरामीटर बनाऊंगा। पहला हैगा जी इत्थे मिलान चिन्ह, ठीक है जी। इत्थे आएगा जी बारंबारता, ये बारंबारता होगी। इत्थे की आएगा जी उन्हां दी टाइप, ये मैन है, वूमेन है, बॉय है कि गर्ल है। मैं इत्थे लिख दिंदा मैन, वूमेन, बॉय एंड गर्ल, ठीक है जी। इन्हूं अलग अलग कर दिंदे आ। ਇਹ ਮੈਂ ਤੁਹਾਨੂੰ ਆંકੜਿਆਂ ਦਾ ਸੰਗਠਨ ਕਰਨਾ ਸਿਖਾ ਰਿਹਾ ਕਿ ਜੇ ਇਦਾਂ ਦੇ ਵਿਖਰੇ ਆંકੜੇ ਹੋਣ ਤੇ ਉਹਨਾਂ ਨੂੰ ਸੰਗਠਿਤ ਕਿਵੇਂ ਕਰਨਾ ਹੈ, ਠੀਕ ਹੈ ਜੀ। ਹੁਣ ਇਹਦੇ ਵਿੱਚ ਮਿਲਾਨ ਚਿੰਨ੍ਹ ਹੈ, ਮਿਲਾਨ ਚਿੰਨ੍ਹ ਦੇ ਵਿੱਚ ਤੁਸੀਂ ਮਿਲਾਨ ਚਿੰਨ੍ਹ ਵਾਲੇ ਜਿਹੜਾ 5.1 ਵਾਲਾ ਲੈਕਚਰ ਹੈਗਾ ਆ ਸੈਕੰਡ ਲੈਕਚਰ, ਉਹਦੇ ਵਿੱਚ ਤੁਸੀਂ ਜ਼ਰੂਰ ਦੇਖਿਆ ਹੋਵੇਗਾ ਕਿ ਮਿਲਾਨ ਚਿੰਨ੍ਹ ਦੇ ਵਿੱਚ ਕੁਝ ਆਪਣੀਆਂ ਤਰੁੱਟੀਆਂ ਵੀ ਹੁੰਦੀਆਂ, ਕੁਝ ਲਿਮਿਟੇਸ਼ਨ ਹੁੰਦੀਆਂ। ਇਹਦੀਆਂ ਲਿਮਿਟੇਸ਼ਨ ਤਾਂ ਨਹੀਂ ਕਹਾਂਗਾ, ਕੁਝ ਇਹਦੀ ਪਾਬੰਦੀਆਂ ਹੁੰਦੀਆਂ। ਕਿਵੇਂ? ਜਿਵੇਂ ਕਿ ਤੁਸੀਂ 4 ਇਕੱਠੇ ਲਿਖਣੇ ਆ ਤਾਂ 5ਵੇਂ ਨੂੰ ਕ੍ਰਾਸ ਕਰਕੇ ਲਿਖਣਾ ਹੈ, ਠੀਕ ਹੈ ਜੀ। ਇਹਦੇ ਵਿੱਚ ਤਾਂ ਚਲੋ ਉਹਦੀ ਲੋੜ ਮੈਨੂੰ ਲੱਗਦਾ ਨਹੀਂ ਪਏਗੀ, ਪਰ ਆਪਾਂ ਫਿਰ ਵੀ ਉਹਨੂੰ ਧਿਆਨ ਵਿੱਚ ਰੱਖਣਾ ਹੈ। ਹੁਣ ਕਰਦੇ ਹਾਂ। ਪਹਿਲਾ ਮੈਨ ਇੱਕ ਵਾਰੀ ਆਇਆ, ਇੱਕ ਵਾਰ ਲਿਖਤਾ, ਫਿਰ ਮੈਨ ਆਇਆ, ਫਿਰ ਲਿਖਤਾ। ਉਸ ਤੋਂ ਬਾਅਦ ਵੂਮਨ ਸ਼ਾਪਿੰਗ ਕਰਨਾ ਹੀ ਹੈ, ਬॉय ਇੱਕ ਲੜਕਾ ਸ਼ਾਪਿੰਗ ਕਰਨਾ ਆਇਆ, गर्ल शॉपिंग करना है, बॉय शॉपिंग करना है, वुमेन फिर वुमेन शॉपिंग करना है, फिर वुमेन शॉपिंग करना है, देन गर्ल करता, फिर मैन आ गया, ठीक है जी। ये मेरे को मिलान चिन्ह आ गए। ये तो बाय लक या साडे को आंकड़े थोड़े घट सके, इस करके ਆਪਾਂ ਇਹਨਾਂ ਨੂੰ ਹੋਰ ਨਹੀਂ बताया। जे बाय चांस मान लो ਇੱਥੇ ही वुमेन मैन बॉय ਇਹ 5 आंकड़े ਹੋਰ ਲੈ ਲੈਣੇ ਆਪਾਂ, ठीक है। मान लो चलो ਇਹਨਾਂ ਨੂੰ ਕਰ ਲੈਣੇ ਆ। वुमेन एक होर वुमेन आ गई, देन वुमेन फिर कटिया, इनू 5वें नू कटना पड़ेगा, ठीक है जी। हुण मैं 20 आंकड़े लगे, फिर मैन आया, मैन करता, फिर मैन आया, इनू भी कटना पड़ेगा, देन बॉय आया, बॉय नू फिर लिखता, ठीक है जी। ਇਹਦਾ मतलब 1 2 3 4 5 पुरुष, 4 ਤੇ 5 औरतां, 3 लड़के ਤੇ 2 लड़कियां, कुल मिला के 15 जणियां ने जिहड़ी शॉपिंग कीती आ। ਉਹਦੇ ਵਿੱਚ ਮੇਰੇ ਕੋਲ ਇੱਕ ਢਾਂਚਾ ਜਿਹੜਾ ਆંકੜਾ ਸੀਗਾ, ਉਹ ਆંકੜਿਆਂ ਦਾ ਸੰਗਠਨ ਕਰਕੇ ਮੇਰੇ ਕੋਲ ਕੀ ਆਇਆ, 5 ਪੁਰਸ਼ ਸ਼ਾਪਿੰਗ ਕਰਨਗੇ, 5 ਔਰਤਾਂ ਸ਼ਾਪਿੰਗ ਕਰਨਗੀਆਂ, 3 ਲੜਕੇ ਸ਼ਾਪਿੰਗ ਕਰਨਗੇ ਤੇ 2 ਲੜਕੀਆਂ ਸ਼ਾਪਿੰਗ ਕਰਨਗੀਆਂ, ਠੀਕ ਹੈ ਜੀ। ਇਹਨੂੰ ਆਪਾਂ ਕਿਸ ਢੰਗ ਨਾਲ ਕਰ ਸਕਦੇ ਹਾਂ? ਇੱਧਰ ਆਪਾਂ ਮੈਨ, ਵੂਮਨ, ਬॉय ਤੇ ਗਰਲ, ਠੀਕ ਹੈ ਜੀ, ਕਰ ਲੈਂਦੇ ਆ। ਇੱਧਰ ਗਿਣਤੀ ਆਪਾਂ ਸਿੰਪਲ ਲੈ ਲੈਂਦੇ ਆ, 1 2 3 4 ਤੇ 5, ਠੀਕ ਹੈ ਜੀ। ਮੈਨ ਕਿੱਥੇ ਤੱਕ ਆਇਆ ਜੀ? 5, ਲਓ ਜੀ 5 तक मैन चल गए। वुमेन कितने तक है जी? फिर 5 है जी, लो जी फिर 5 तक आ गई, दोनों की इक्वालिटी सेम है। उस तो बाद बॉय 3 है जी, बॉयज नू 3 तक लेके जी। गर्ल जिहड़ियां हैगियां 2 ने, गर्ल्स नू 2 तक लेके आ गए। आ देखो विद्यार्थियों, ये जिहड़ी चीज है साडे कोल, ये अपने कोल पूरी एक जिहड़ा छड़ ग्राफ है वो तैयार हो गया, लेकिन वो छड़ ग्राफ साडा इस डाटे तो सीधा नहीं तैयार होया, वो इस डाटे तो तैयार होया। ए वाला जिहड़ा आंकड़े दिते सी ना, इन्हां आंकड़ियां तो मैं छड़ ग्राफ बनाया, लेकिन सीधा नहीं सी बना सकदा। इस करके पहलों मैं इन्हां आंकड़ियां नूं संगठित कीता, एक जगह इकट्ठे कीता, उस तो बाद जिहड़ा हैगा इहदा जिहड़ा छड़ ग्राफ तैयार कीता, ठीक है। चलो आयो विद्यार्थियों, हुण आपां चलदे हां आंकड़ियां दा वर्गीकरण। आंकड़ियां दे वर्गीकरण तो भाव यह है कि जदों आंकड़ियां की गिनती वध जाए, ठीक है जी, आंकड़ियां की गिनती वध जाए। हुण अज्यूम तुसीं अपने आप ही कर लो, मैं वैसे ही किथे लिख रहा, मैं लिख रहा जी 10 5 8 9 20 25 30 35 45 50 52 3 ਤੇ 3 6 3 ਤੇ 3 6 ਇੱਥੇ ਕਰ ਲੈਣੇ 53, ਠੀਕ ਹੈ ਜੀ। ਇਹ 12 ਆंकड़े ਹੋ ਗਏ ਮੇਰੇ ਕੋਲ ਸਿਰਫ 12 ਆंकड़े ਨੇ। ਇਹਨਾਂ 12 ਆंकड़ਿਆਂ ਦੇ ਵਿੱਚ ਇਹ ਆंकड़े ਕਿਸੇ ਵੀ ਚੀਜ਼ ਦੇ ਹੋ ਸਕਦੇ ਨੇ। ਤੁਸੀਂ ਸ਼ਾਪਕੀਪਰ ਦੇ ਲੈ ਲਓ, ਤੁਸੀਂ ਕਿਸੇ ਦੁਕਾਨ ਦੇ ਵਿੱਚ ਤੁਹਾਡੇ ਕੋਲ ਇਦਾਂ ਦੀਆਂ 12 ਦੁਕਾਨਾਂ ਸੀਗੀਆਂ ਜਿਨ੍ਹਾਂ ਦੇ ਵਿੱਚ ਵੱਖਰੇ ਕਸਟਮਰ ਆਏ ਨੇ, ਇਹ ਲੈ ਸਕਦੇ ਹੋ। ਇਹਨਾਂ ਆंकड़ਿਆਂ ਦਾ ਜਿਹੜਾ ਹੈਗਾ ਆ, ਅਸੀਂ ਵਰਗੀਕਰਨ ਕਰਨਾ ਚਾਹੁੰਦੇ ਹਾਂ। ਵਰਗੀਕਰਨ, ਇਹਨਾਂ ਆंकड़ਿਆਂ ਦਾ ਵਰਗੀਕਰਨ ਕਿਵੇਂ ਕੀਤਾ ਜਾਏਗਾ? ਇਹਦੇ ਵਿੱਚ ਮੈਂ ਸਭ ਤੋਂ ਛੋਟੀ ਰਕਮ ਦੇਖੀ 5 ਆ ਗਈ ਹੈ ਜੀ, ਸਭ ਤੋਂ ਵੱਡੀ ਰਕਮ ਦੇਖੀ 53 ਆ ਗਈ ਹੈ ਜੀ। ਮੈਂ ਕੀ ਕੀਤਾ, ਇਹਨੂੰ ਮੈਂ 0 ਤੋਂ, ਜਿਵੇਂ ਇਹਨੂੰ ਵੱਡੇ ਤੌਰ ਤੇ ਮਤਲਬ ਛੇਤੀ ਨਿਪਟਾਉਣਾ ਚਾਹੁੰਦਾ ਹੈਗਾ, ਫਿਰ ਮੈਂ ਇਹਨੂੰ 0 ਤੋਂ 10 10 ਤੋਂ 20 20 ਤੋਂ 30 30 ਤੋਂ 40 ਤੇ 40 ਤੋਂ 50 ਤੇ 50 ਤੋਂ 60 ਤੱਕ ਦੇ ਰੂਪ ਦੇ ਵਿੱਚ ਇਹਨੂੰ ਵਰਗੀਕ੍ਰਿਤ ਕਰ ਦਿੱਤਾ, ਠੀਕ ਹੈ। ਵਰਗੀਕ੍ਰਿਤ ਕਰਨ ਦਾ ਮਤਲਬ ਇਹ ਆ ਕਿ
कि मैं इन्हां वर्गां दा जिहड़ा हैगा आ ਉਹ ਹੁਣ ਲੱਭਣ ਦੀ ਕੋਸ਼ਿਸ਼ ਕਰਾਂਗਾ 0 ਤੋਂ ਲੈ ਕੇ 10 ਤੱਕ ਕਿੰਨੇ ਜਾਣੇ ਆएंगे। ठीक है जी। ਹੁਣ 0 ਤੋਂ ਲੈ ਕੇ 10 तक 10 देखो ਇੱਥੇ ਨਹੀਂ ਆਏਗਾ, ਪਹਿਲੀ ਗੱਲ ਕੀਤੀ 10 ਇੱਥੇ ਨਹੀਂ ਆਏਗਾ, ਇੱਥੇ ਆਏਗਾ। ठीक है, ਇਹਦਾ ਮਤਲਬ ਇੱਥੇ ਆ ਗਿਆ 5 0 ਤੋਂ ਲੈ ਕੇ 10 तक ਆਏਗਾ। ठीक है जी। 8 ਇੱਥੇ ਆਏਗਾ ਜੀ 0 ਤੋਂ ਲੈ ਕੇ 10 तक। 9 0 ਤੋਂ ਲੈ ਕੇ 10 तक। 20 ਇੱਥੇ ਨਹੀਂ ਆਏਗਾ, ਨੈਕਸਟ ਵਾਲੇ ਚ ਆਏਗਾ ਕਿਉਂਕਿ ਆਪਾਂ ਹੇਠਲੀ ਜਿਹੜੀ ਹੈਗੀ ਆ ਉਹਦੀ ਕੜੀ ਲੈ ਕੇ ਚੱਲਦੇ ਹਾਂ। ठीक है। 25 20 ਤੋਂ 30 तक आएगा। 30 आएगा 30 तो 40 तक। 35 30 तो 40 तक। 45 40 तो 50 तक। 50 50 तो 60 तक। 52 50 तो 60। 53 50 तो 60। ਇਹਦੀ ਬਾਰੰਬਾਰਤਾ ਸਾਡੇ ਕੋਲ ਕੀ ਆਏਗੀ ਜੀ 3 1 2 2 1 3। ਅੱਛਾ ਪਿਆਰੇ ਵਿਦਿਆਰਥੀਓ ਇਹ ਚੀਜ਼ ਦੇਖੋ ਕਿ ਆਪਣੇ ਕੋਲ ਇਹ ਆ ਗਿਆ ਜੀ 3 1 4 4 ਤੇ 2 6 7 8 9 9 ਤੇ 3 12। ਇੱਧਰ ਵੀ ਸਾਡੇ ਕੋਲ 12 ਆંકੜੇ ਸੀਗੇ, 12 ਆંકੜੇ ਆ ਗਏ। ਲੇਕਿਨ ਹੁਣ ਇਹਦਾ ਵਰਗੀਕਰਨ ਹੋ ਗਿਆ। ਠੀਕ ਹੈ, ਵਰਗੀਕਰਨ ਕਿਸ ਢੰਗ ਨਾਲ ਹੋਇਆ 0 ਤੋਂ ਲੈ ਕੇ 10 ਤੱਕ ਦੇ ਆંકੜੇ ਮੇਰੇ ਕੋਲ 3 ਨੇ। ਠੀਕ ਹੈ ਜੀ। 10 ਤੋਂ ਲੈ ਕੇ 20 ਤੱਕ ਦੇ ਆંકੜਾ ਸਿਰਫ ਇੱਕ ਹੈ। 20 ਤੋਂ 30 ਤੱਕ ਦੇ 2 ਨੇ। 30 ਤੋਂ 40 ਤੱਕ 2 ਨੇ। 40 ਤੋਂ 50 ਤੱਕ ਇੱਕ ਹੈ ਤੇ 50 ਤੋਂ 60 ਤੱਕ 3 ਜਿਹੜੇ ਹੈਗੇ ਆ ਸਾਡੇ ਕੋਲ ਆંકੜੇ ਹੈਗੇ। ਠੀਕ ਹੈ। ਅੱਛਾ ਇਹ ਚੀਜ਼ ਵੀ ਅਸੀਂ ਮੇਰੇ ਖਿਆਲ ਨਾਲ ਹੁਣ ਸਮਝ ਗਏ ਆ। ਆਓ ਹੁਣ ਆਪਾਂ ਅੱਗੇ ਆਪਣੇ ਗੋਲ ਚੱਕਰ ਦੇ ਵੱਲ ਚੱਲਦੇ ਹਾਂ। ਠੀਕ ਹੈ ਵਿਦਿਆਰਥੀਓ, ਗੋਲ ਚੱਕਰ ਦੇ ਵਿੱਚ ਕੀ ਹੈ ਗੋਲ ਚਿੱਤਰ, ਗੋਲ ਨਕਸ਼ਾ ਕਹਿ ਸਕਦੇ ਆ, ਗੋਲ ਚਿੱਤਰ ਬੋਲ ਸਕਦੇ ਆ ਜਾਂ ਫਿਰ ਪਾਈ ਜਿਹੜਾ ਹੈਗਾ ਆ ਪਾਈ ਗ੍ਰਾਫ ਬੋਲ ਸਕਦੇ ਆ ਆਪਾਂ। ਠੀਕ ਹੈ ਜੀ। ਜਿਹੜਾ ਇਹ ਗੋਲ ਨਕਸ਼ਾ ਗੋਲ ਚਿੱਤਰ ਆਪਣੇ ਕੋਲ ਚੱਲਦਾ ਆ ਇਹਦੇ ਵਿੱਚ ਅਸੀਂ ਸਭ ਤੋਂ ਵੱਡੀ ਗੱਲ ਕੀ ਕਰਨੀ ਆ ਇਹਦੇ ਵਿੱਚ ਗੋਲ ਨਕਸ਼ਾ ਜਾਂ ਗੋਲ ਪਾਈ ਗ੍ਰਾਫ ਬਣਾਉਣਾ ਜਿਹੜਾ ਉਹ ਆਪਾਂ ਦੇਖਿਆ ਤਾਂ ਕਈ ਵਾਰੀ ਹੋਏਗਾ ਕ੍ਰਿਕਟ ਦੇ ਮੈਦਾਨ ਦੇ ਵਿੱਚ ਆਪਾਂ ਅਕਸਰ ਇਹ ਚੀਜ਼ ਦੇਖਦੇ ਹਾਂ। ਠੀਕ ਹੈ ਜੀ। ਇੰਨੇ ਸਕੋਰ ਨੇ ਬਾਉਂਡਰੀਆਂ ਨਾਲ ਮਾਰੇ, ਇੰਨੇ ਚੌਕਿਆਂ ਨਾਲ ਮਾਰੇ, ਇੰਨੇ ਸਿੱਕਿਆਂ, ਇਹ ਚੌਕੇ ਨੇ, ਇਹ ਸਿਕਸਿਸ ਨੇ, ਇਹ ਡਬਲ ਸਕੋਰ ਕੀਤਾ ਉਹਨੇ, ਇਹ ਇੰਨੇ ਉਹਨੇ ਸਿੰਗਲ ਲਏ ਨੇ। ਠੀਕ ਹੈ ਜੀ। ਵਨਸ ਨੇ। ਠੀਕ ਹੈ। ਸੋ ਇਹ ਸਿੰਗਲ ਇਹ ਡਬਲ ਇਹ ਚੌਕੇ ਛੱਕਿਆਂ ਦੇ ਨਾਲ ਉਹਨੇ ਸਕੋਰ ਬਣਾਇਆ। ਇਹ ਆਪਣਾ ਪਾਈ ਚਾਰਟ ਆ ਗਿਆ। ਠੀਕ ਹੈ। ਹੁਣ ਇਹ ਪਾਈ ਚਾਰਟ ਦੇ ਵਿੱਚ ਕੀ ਕਰਦੇ ਆ ਅਸੀਂ ਇੱਕ ਉਦਾਹਰਣ ਲੈਂਦੇ ਆ ਫਿਰ ਇਸ ਗੋਲ ਨਕਸ਼ੇ ਨੂੰ ਸਮਝਦੇ ਆ। ਠੀਕ ਹੈ। ਮੈਂ ਆਪਣੀ ਦਿਨਚਰਿਆ ਆਪਣੀ ਦਿਨਚਰਿਆ ਦੇ ਵਿੱਚ ਜਿਹੜਾ ਸੌਣ ਦੇ ਘੰਟੇ ਨੇ ਉਹ ਮੈਂ ਕੀ ਕਹਿਤਾ ਮੇਰੇ ਕੋਲ 8 ਘੰਟੇ ਨੇ ਸੌਣ ਦੇ। 6 ਘੰਟੇ ਤਾਂ ਚਲੋ ਘੱਟ ਨੇ, ਝੂਠ ਨਹੀਂ ਬੋਲਣਾ ਚਾਹੀਦਾ। ਮੈਂ ਆਪਣੇ ਵਾਸਤੇ ਸੌਣ ਦੇ ਘੰਟੇ ਜਿਹੜੇ ਹੈਗੇ 8 ਘੰਟੇ ਲਏ ਹੋਏ ਨੇ। ਸਕੂਲ ਦਾ ਜਿਹੜਾ ਟਾਈਮ ਮੈਂ ਚੂਜ਼ ਕੀਤਾ ਉਹ 6 ਘੰਟੇ ਨੇ। ਇੱਥੇ ਆਰਟਸ ਲਿਖ ਦਿੰਦੇ ਆ, ਇੱਥੇ ਵੀ 8 ਲਿਖਦੇ 6 ਘੰਟੇ ਸਕੂਲ ਦਾ ਟਾਈਮ ਹੈਗਾ ਆ। ਉਸ ਤੋਂ ਬਾਅਦ ਘਰ ਦੇ ਕੰਮ ਜਿਹੜੇ ਹੈਗੇ ਨੇ ਉਹਦੇ ਵਾਸਤੇ ਵੀ ਅਸੀਂ ਕੀ ਕੀਤਾ 4 ਘੰਟੇ ਜਿਹੜੇ ਹੈਗੇ ਨੇ ਉਹ ਚੂਜ਼ ਕਰ ਲਏ। ਉਸ ਤੋਂ ਬਾਅਦ ਖੇਡਣ ਵਾਸਤੇ ਵੀ ਚੂਜ਼ ਕਰ ਲਏ, ਖੇਡ ਵਾਸਤੇ ਵੀ 4 ਘੰਟੇ ਜਿਹੜੇ ਹੈਗੇ ਆ ਉਹ ਆਪਾਂ ਚੂਜ਼ ਕਰ ਲਏ। ਤੇ ਉਸ ਤੋਂ ਬਾਅਦ ਜਿਹੜੇ ਹੈਗੇ ਆ ਹੋਰ ਪੜ੍ਹਾਈ ਵਾਸਤੇ ਕਹਿ ਸਕਦੇ ਆ ਜਾਂ ਕੋਈ ਹੋਰ ਕੰਮ ਜਿਹੜੇ ਹੈਗੇ ਨੇ ਉਹਦੇ ਵਾਸਤੇ ਵੀ ਅਸੀਂ ਜਿਹੜੇ ਹੈਗੇ 2 ਘੰਟੇ ਯੂਜ਼ ਕਰ ਲਏ। ਅਸੀਂ ਟੋਟਲ ਚੈੱਕ ਕਰਾਂਗੇ ਤਾਂ ਸਾਡੇ ਕੋਲ ਟੋਟਲ ਜਿਹੜਾ ਹੈਗਾ ਆ ਉਹ ਐਗਜ਼ੈਕਟ 24 ਘੰਟੇ ਯਾਨੀ ਕਿ ਪੂਰਾ ਦਿਨ ਪੂਰਾ ਹੋ ਜਾਂਦਾ ਹੈ। ਠੀਕ ਹੈ। ਅੱਛਾ ਵਿਦਿਆਰਥੀਓ ਹੁਣ ਦੇਖੋ ਅਸੀਂ ਗੋਲ ਜਿਹੜਾ ਨਕਸ਼ਾ ਜਾਂ ਪਾਈ ਗ੍ਰਾਫ ਹੈ ਉਹਨੂੰ ਬਣਾਉਣਾ ਕਿਵੇਂ। ਠੀਕ ਹੈ ਜੀ। ਬਣਾਉਣਾ ਇਦਾਂ ਆ ਜਿਹੜਾ ਸੌਣ ਵਾਲਾ ਕੰਮ ਹੈ ਇਹ ਕਿੰਨੇ ਘੰਟੇ ਦਾ 8 ਘੰਟੇ ਦਾ। ਇਹਨੂੰ ਅਸੀਂ ਲਿਆ ਬੇਟੇ 8/24 8 ਕੁੱਲ ਗੁਣਾ ਅਸੀਂ ਕਿਹਦੇ ਵਿੱਚ ਬਦਲਣਾ ਚਾਹੁੰਦੇ ਆਪਾਂ ਇਹਨੂੰ ਗੋਲ ਨਕਸ਼ੇ 'ਚ ਬਦਲਣਾ ਚਾਹੁੰਦੇ ਆ। ਤੇ ਗੋਲ ਨਕਸ਼ੇ ਦੇ ਵਿੱਚ ਜਿਹੜਾ ਬਿੰਦੂ ਦਾ ਕਿੰਨੇ ਜਿਹੜਾ ਚੱਕਰ ਹੈ ਕੋਣ ਹੈ ਕਿੰਨੇ ਡਿਗਰੀ ਦਾ 360 ਡਿਗਰੀ ਦਾ। ਠੀਕ ਹੈ ਜੀ। ਫਿਰ ਇਹਨੂੰ ਕੱਟ ਲਓ ਜੀ 8 1 8 2 24 12 ਦੀਏ 36 ਯਾਨੀ ਕਿ 120 ਡਿਗਰੀ। ਸੌਣ ਦਾ ਇਸ ਗੋਲ ਚੱਕਰ ਦੇ ਵਿੱਚ 120 ਡਿਗਰੀ ਦਾ ਹੋਏਗਾ। ਸਕੂਲ ਦਾ ਜਿਹੜਾ ਹੈਗਾ ਉਹ ਹੋਏਗਾ 6/24 ਗੁਣਾ 360 6 ਚੁੱਕਾ 24 9 ਚੁੱਕਾ 36 ਬਰਾਬਰ 90 ਡਿਗਰੀ। ਇਸੇ ਤਰੀਕੇ ਨਾਲ ਘਰ ਦਾ ਕੰਮ ਜਿਹੜਾ ਹੈਗਾ ਆ ਉਹ ਮੇਰੇ ਕੋਲ 4/24 ਗੁਣਾ 360 6 ਚੁੱਕਾ 24 6 ਚੁੱਕਾ 36 ਬਰਾਬਰ 60 ਡਿਗਰੀ। दूसरा भी ये वही है इस करके दूसरा भी कितना आएगा 60 डिग्री। ते तीसरा हैगा 2 ये आएगा 2/24 गुणा 360 12 दूनी 24 ते 12 दी 36 बराबर 30 डिग्री। मेरे को एक 120 आया एक 90 आया एक 60 आया अगला भी 60 है अगला 30 डिग्री है। तुसी इन्हां सारा दा टोटल करके देख लियो इन्हां दा टोटल भी जिहड़ा हैगा वो 360 डिग्री बनेगा। ठीक है। सो प्यारे विद्यार्थियों ਇਹਦੇ ਵਿੱਚ ਅਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਅਸੀਂ ਇੱਕ 120 ਡਿਗਰੀ ਦਾ ਕੋਣ ਖਿੱਚਣਾ ਹੈ। ਇਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਇੱਕ ਚੱਕਰ ਖਿੱਚਾਂਗੇ। ਠੀਕ ਹੈ ਜੀ। ਉਹਦਾ ਅਰਧ ਵਿਆਸ ਤੇ ਇੱਥੇ d ਦੀ ਮਦਦ ਦੇ ਨਾਲ ਅਸੀਂ 120 ਡਿਗਰੀ ਦਾ ਜਿਹੜਾ ਹੈਗਾ ਆ ਕੋਣ ਆਪਾਂ ਖਿੱਚਾਂਗੇ ਤੇ ਇੱਥੇ ਲਿਖ ਦਾਂਗੇ
सोना सोंदा है 120 डिग्री। फिर इस चीज नूं धुरा मन के मतलब चाप मन के इत्थे 90 डिग्री का कोण खिंचांगे, यानी कि आ कोण 90 डिग्री का होएगा। ठीक है जी, जे आ कोण 90 डिग्री का है तो यह की आ, ये ओहदा स्कूल दे विच बिताया गया समा है। ठीक है जी, उस तो बाद दो 60 डिग्री दे आ दो बराबर दे 60 डिग्री दे ते आ 30 डिग्री का जिहड़ा हैगा आ साडे कोल केस बनेगा। ठीक है, सो विद्यार्थियों गोल जिहड़ा चित्र है या फिर गोल पाई ग्राफ है ਉਹਦੇ ਵਿੱਚ ਪਾਈ ਚਾਰਟ ਕਹਿ ਸਕਦੇ। ਪਾਈ ਚਾਰਟ ਇਹ ਸਾਰਾ ਜਿਹੜਾ ਪਾਈ ਚਾਰਟ ਹੈ ਇਹਨੂੰ ਬਣਾਉਣ ਦਾ ਮੇਨ ਢੰਗ ਜਿਹੜਾ ਹੈਗਾ ਹੈ ਉਹ ਕੀ ਹੁੰਦਾ, ਜਿਹੜੀ ਰਕਮ ਦਿੱਤੀ ਹੋਵੇ ਡਿਵਾਈਡਡ ਬਾਈ ਟੋਟਲ ਗੁਣਾ 360 ਜਿਹੜਾ ਹੈਗਾ ਹੈ ਜਿੰਨੇ ਵੀ ਕੋਣ ਆਣਗੇ ਉਹਨਾਂ ਕੋਣਾਂ ਦਾ ਜੋੜ 360 ਹੋਣਾ ਚਾਹੀਦਾ ਆ ਤੇ ਇਹਨੂੰ ਆਪਾਂ ਇੱਕ ਗੋਲ ਨਕਸ਼ੇ ਦੇ ਵਿੱਚ ਅਸੀਂ ਦਰਸਾ ਸਕਦੇ ਹਾਂ। ਠੀਕ ਹੈ, ਅੱਛਾ ਵਿਦਿਆਰਥੀਓ ਇਹ ਹੋ ਗਈ ਗੋਲ ਨਕਸ਼ੇ ਦੀ ਗੱਲ। ਗੋਲ ਨਕਸ਼ੇ ਤੋਂ ਬਾਅਦ ਅਸੀਂ ਆਉਂਦੇ ਹਾਂ ਆਪਣੇ ਲਾਸਟ ਸੰਭਾਵਨਾ ਦੇ ਵਿੱਚ। आओ विद्यार्थियों हुण असी संभावना की गल करिए। विद्यार्थियों कई बार इस तरीके नाल हुंदा है कि बाहर बारिश पै रही हुंदी है, ठीक है जी, ते बदलवारी है, पहला तो बहुत बदलवारी है, बारिश पैण दे पूरे पूरे आसार हैं। तुसीं जदों अपने घरों निकलदे हो तो तुहाडे पेरेंट्स तुहानूं कहंदे ने कि बेटा मींह पैण वाला है, छतरी ले जा अपने नाल। तुसीं छतरी लैके जांदे हो अपने नाल। अच्छा छतरी लैके गए, बाहर वापस आ गए, मींह तो पिया ही नहीं, तुसीं अपना काम करके आ गए। दूसरी बारी तुसी फिर बाहर बदलवारी हुई पई है, तुहाडे पेरेंट्स कहणगे कि बेटा फिर छतरी ले जा, तुसी फिर छतरी लेके बाहर वापस आए, मींह फिर नहीं पिया। तीसरे दिन तुसी दोबारा फिर गए, तुसी कह लै बदल आंदे मींह तो पैंदा ही नहीं है, पेरेंट्स कहंदे बेटा छतरी ले जा मींह पेगा, तुसी जिद्दां ही बाहर निकलदे हो मींह स्टार्ट हो जाता है। ठीक है जी, सो संभावना जिहड़ी हैगी है एक चांस है। ये चीज मैं इस करके दस्सण दी गल कर रहा कि बदल होण दा मतलब ये नहीं है कि मींह पै जाएगा। ठीक है, मींह पैण दे आसार ज्यादा हुंदे हन जिस दिन की बदल होएगा। ठीक है विद्यार्थियों, सो इसी तरीके दे नाल है, मान लो एक विद्यार्थी है ना, उसने एक एग्जाम दिता, पर्टिकुलर एग्जाम दिता, उसकी तैयारी कर रहा है एग्जाम की। ठीक है जी, हुण एग्जाम की तैयारी करन दे विच दो चीजां होणगियां, या तो उस एग्जाम नूं क्लीयर कर लेगा या अनफॉर्चुनेटली किसी वजह दे नाल ओनूं क्लीयर नहीं कर पाएगा। ठीक है जी, मान लो मैं हुणी बैठा होया, मैं एक एग्जाम की तैयारी कर रहा, मैं कह रहा नहीं मैं तो पेपर 101% क्लीयर कर लेना, लेकिन ਸਰਕਮਸਟੈਂਸਸ ਇਦਾਂ ਦੇ ਹੋਏ ਕਿ ਜਦੋਂ ਮੈਂ ਉਹ ਚੀਜ਼ ਦੀ ਤਿਆਰੀ ਕਰ ਰਿਹਾ ਸੀਗਾ ਮੈਂ ਬਿਮਾਰ ਪੈ ਗਿਆ ਜਾਂ ਅਨਫੋਰਚੂਨੇਟਲੀ ਮੈਂ ਪੇਪਰ ਦੀ ਤਿਆਰੀ ਸਹੀ ਢੰਗ ਨਾਲ ਨਹੀਂ ਕਰ ਪਾਇਆ ਤੇ ਮੇਰਾ ਪੇਪਰ ਜੋ ਹੈ ਕਲੀਅਰ ਨਹੀਂ ਹੋ ਪਾਇਆ। ਠੀਕ ਹੈ, ਦੂਸਰੇ ਪਾਸੇ ਵੀ ਹੋ ਸਕਦਾ ਮੈਂ ਕਹਾਂ ਕਿ ਨਹੀਂ ਮੇਰਾ ਪੇਪਰ ਨਹੀਂ ਕਲੀਅਰ ਹੋਣਾ ਹੈ, ਲੇਕਿਨ ਮੈਂ ਜਿਹੜੇ ਲਾਸਟ ਦਿਨਾਂ ਦੇ ਵਿੱਚ ਮਿਹਨਤ ਕੀਤੀ ਸੀਗੀ ਉਹਦਾ ਮੈਨੂੰ ਫਲ ਮਿਲਿਆ ਕਿ ਪੇਪਰ ਦੇ ਵਿੱਚ ਉਹੀ ਕੁਐਸਚਨ ਆਏ ਜਿਹੜੇ ਕਿ ਮੈਂ ਬੜੇ ਚੰਗੀ ਤਰੀਕੇ ਨਾਲ ਕੀਤੇ ਹੋਏ ਸੀਗੇ ਤੇ ਮੇਰਾ ਪੇਪਰ ਬੜੇ ਵਧੀਆ ਨੰਬਰਾਂ ਦੇ ਨਾਲ ਮੈਂ ਪੇਪਰ ਕਲੀਅਰ ਕਰ ਲਿਆ। ਠੀਕ ਹੈ ਜੀ, ਸੋ ਪੇਪਰ ਕਲੀਅਰ ਕਰਨਾ ਤੇ ਨਾ ਕਰਨਾ ਇਹ ਇੱਕ ਤਾਂ ਤੁਹਾਡੀ ਮਿਹਨਤ ਦੇ ਉੱਤੇ ਵੀ ਡਿਪੈਂਡ ਕਰਦਾ ਹੈ, ਦੂਸਰਾ ਜੇਕਰ ਕਿਸੇ ਇਹ ਤਾਂ ਤੁਹਾਡੀ ਮਿਹਨਤ ਤਾਂ ਤੁਹਾਨੂੰ ਪਤਾ ਹੈ ਸਾਹਮਣੇ ਵਾਲੇ ਬੰਦੇ ਵਾਸਤੇ ਕੀ ਹੈ, ਇੱਕ ਸੰਭਾਵਨਾ ਇੱਕ ਚਾਂਸ ਹੈ ਕਿ ਇਹਦਾ ਪੇਪਰ ਕਲੀਅਰ ਹੋ ਵੀ ਸਕਦਾ ਹੈ ਤੇ ਨਹੀਂ ਵੀ ਹੋ ਸਕਦਾ। ਠੀਕ ਹੈ ਵਿਦਿਆਰਥੀਓ, ਆਓ ਵਿਦਿਆਰਥੀਓ ਇਸ ਸੰਭਾਵਨਾ ਨੂੰ ਅਸੀਂ ਇੱਕ ਦੋ ਸਵਾਲਾਂ ਦੇ ਨਾਲ ਹੱਲ ਕਰਕੇ ਦੇਖੀਏ। ਮੰਨ ਲਓ ਸਾਡੇ ਕੋਲ ਇੱਕ ਸਿੱਕਾ ਹੈ। ਠੀਕ ਹੈ ਵਿਦਿਆਰਥੀਓ, ਸਿੱਕੇ ਦੇ ਦੋ ਪਹਿਲੂ ਹੁੰਦੇ ਹਨ, ਜਾਂ ਹੋਏਗਾ ਹੈਡ ਜਾਂ ਹੋਏਗਾ ਟੇਲ। ਹੈਡ ਦਾ ਭਾਵ ਕੀ ਹੁੰਦਾ ਹੈ ਵਿਦਿਆਰਥੀਓ, ਚਿੱਤ, ਤੇ ਟੇਲ ਦਾ ਭਾਵ ਕੀ ਹੁੰਦਾ ਹੈ ਵਿਦਿਆਰਥੀਓ, ਪੱਟ। ਠੀਕ ਹੈ, ਜਿਹੜੇ ਚਿੱਤ ਤੇ ਪੱਟ ਨੇ ਇੱਕ ਸਿੱਕੇ ਦੇ ਦੋ ਪਹਿਲੂ ਹਨ। ਜੇਕਰ ਮੈਂ ਕਿਸੇ ਸਿੱਕੇ ਨੂੰ ਇੱਕ ਵਾਰੀ ਉਛਾਲਦਾ ਹਾਂ ਤਾਂ ਇਸ ਦਾ ਅਰਥ ਹੈ ਜਾਂ ਤਾਂ ਉਸ ਦੇ ਵਿੱਚ ਹੈਡ ਆਏਗਾ ਟੌਪ ਦੇ ਉੱਤੇ, ਜਾਂ ਤਾਂ ਟੌਪ ਦੇ ਉੱਤੇ ਕੀ ਆਏਗਾ, ਟੇਲ ਆਏਗਾ। ਠੀਕ ਹੈ, ਮੈਂ ਤੁਹਾਨੂੰ ਕਹਿ ਰਿਹਾ ਕਿ ਵਿਦਿਆਰਥੀਓ ਇਸ ਦੇ ਹੈਡ ਆਉਣ ਦੀ ਸੰਭਾਵਨਾ ਕੀ ਹੈ। ਠੀਕ ਹੈ ਜੀ, ਤਾਂ ਅਸੀਂ ਕੀ ਕਰਾਂਗੇ, ਅਸੀਂ ਕਹਾਂਗੇ ਕੋਈ ਗੱਲ ਨਹੀਂ ਜੀ, ਲੋ ਜੀ ਸੰਭਾਵਨਾ ਹੈਡ ਆਉਣ ਦੀ ਕੀ ਆ ਰਹੀ ਹੈ ਮੇਰੇ ਕੋਲ। ਇੱਥੇ ਹੈਡ ਕਿੰਨੀ ਵਾਰੀ ਲਿਖਿਆ ਜੀ, ਇੱਕ ਵਾਰ ਲਿਖਿਆ, ਤੇ ਕੁੱਲ ਕਿੰਨੀਆਂ ਜਿਹੜੇ ਇਵੈਂਟ ਇਹਦੇ ਵਿੱਚ ਲਿਖੇ ਹੋਏ ਨੇ ਇਹ ਲਿਖਿਆ 1 2, ਤੇ ਇਹਦਾ ਮਤਲਬ ਕੀ ਹੋ ਗਿਆ, ਉੱਤਰ ਸਾਡੇ ਕੋਲ 1/2। ਇਸੇ ਤਰੀਕੇ ਦੇ ਨਾਲ ਜੇਕਰ ਮੈਨੂੰ ਇਹ ਪੁੱਛਿਆ ਜਾਏਗਾ ਕਿ ਪੱਟ ਆਉਣ ਦੀ ਸੰਭਾਵਨਾ ਕਿੰਨੀ ਹੋਏਗੀ, ਯਾਨੀ ਕਿ ਟੇਲ ਆਉਣ ਦੀ ਸੰਭਾਵਨਾ ਕਿੰਨੀ ਹੋਏਗੀ, ਉਹ ਵੀ ਕੀ ਆ, ਇੱਥੇ ਟੇਲ ਕਿੰਨੀ ਹੈ ਜੀ, 1 ਨੇ, ਤੇ ਸਾਡੇ ਕੋਲ ਕੁੱਲ ਕੇਸ ਕਿੰਨੇ ਨੇ, 2 ਨੇ। ਇਹਦਾ ਮਤਲਬ ਹੈਡ ਆਉਣ ਦੀ ਸੰਭਾਵਨਾ ਵੀ 1/2 ਹੈ ਤੇ ਟੇਲ ਆਉਣ ਦੀ ਸੰਭਾਵਨਾ ਵੀ 1/2 ਹੀ ਹੈ। 1/2 ਦਾ ਅਰਥ ਕੀ ਹੁੰਦਾ ਹੈ ਕਿ ਇੱਕ ਅੰਦਾਜ਼ਾ ਹੈ ਕਿ ਜੇਕਰ ਇੱਕ ਸਿੱਕੇ ਨੂੰ 2 ਵਾਰ ਉਛਾਲਿਆ ਜਾਏਗਾ ਤੇ ਉਹਦੇ ਵਿੱਚ ਇੱਕ ਵਾਰ ਜਿਹੜਾ ਹੈਗਾ ਹੈਡ ਆਉਣ ਦੇ ਚਾਂਸ ਜ਼ਿਆਦਾ ਹੁੰਦੇ ਹਨ। ਠੀਕ ਹੈ, ਇਸੇ ਤਰੀਕੇ ਨਾਲ ਜੇਕਰ ਇੱਕ ਸਿੱਕੇ ਨੂੰ 2 ਵਾਰ ਉਛਾਲਿਆ ਜਾਏਗਾ ਤਾਂ ਉਹਦੇ ਵਿੱਚ ਇੱਕ ਵਾਰ ਜਿਹੜਾ ਹੈਗਾ ਘੱਟੋ ਘੱਟ ਦੋਨਾਂ ਵਿੱਚੋਂ ਇੱਕ ਵਾਰ ਟੇਲ ਆਉਣ ਦੀ ਸੰਭਾਵਨਾ ਜਿਹੜੀ ਹੈ ਉਹ ਹੁੰਦੀ ਹੈ। ਠੀਕ ਹੈ ਵਿਦਿਆਰਥੀਓ, ਅੱਛਾ ਇਸ ਹੀ ਚੀਜ਼ ਨੂੰ ਅਸੀਂ ਇੱਕ ਡਾਈਸ ਦੇ ਨਾਲ ਵੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਡਾਈਸ ਕੀ ਹੁੰਦੀ ਹੈ, ਆਪਾਂ ਲੂਡੋ ਖੇਡਦੇ ਹਾਂ ਸਾਰੇ, ਆਪਾਂ ਨੂੰ ਪਤਾ ਹੈ ਲੂਡੋ ਦੇ ਵਿੱਚ ਜਿਹੜੀ ਡਾਈਸ ਹੈ ਸਾਡੇ ਕੋਲ, ਠੀਕ ਹੈ ਜੀ, ਉਹਦੇ ਵਿੱਚ ਕੁੱਲ 6 ਚੀਜ਼ਾਂ ਹੁੰਦੀਆਂ। ਦੇਖੋ ਅਸੀਂ ਇਸ ਢੰਗ ਦੀ ਡਾਈਸ ਹੁੰਦੀ ਹੈ, ਆਪਾਂ ਨੂੰ ਯਾਦ ਹੋਏਗਾ। ਠੀਕ ਹੈ, ਲੂਡੋ ਦੀ ਗੀਟੀ, ਉਹਦੇ ਵਿੱਚ ਇਦਾਂ ਬਿੰਦੀਆਂ ਬਣੀਆਂ ਹੁੰਦੀਆਂ ਹਨ। ਠੀਕ ਹੈ ਜੀ, ਉਹਦੇ ਵਿੱਚ ਕੀ ਹੁੰਦਾ ਹੈ, ਕੀ ਚੀਜ਼ ਹੁੰਦੀ ਹੈ, ਉਹਦੇ ਵਿੱਚ ਇੱਕ ਹੁੰਦਾ ਇੱਕ ਪਾਸੇ 2 ਬਿੰਦੂ ਹੁੰਦੀ ਹੈ, ਇੱਕ ਪਾਸੇ 3, ਇੱਕ ਪਾਸੇ 4, ਇੱਕ ਪਾਸੇ 5 ਤੇ ਇੱਕ ਪਾਸੇ
6 ਇਹ ਸਾਡੇ ਕੋਲ ਬਿੰਦੀਆਂ ਜਿਹੜੀਆਂ ਹੈਗੀਆਂ 1 2 3 4 5 6 ਹੁੰਦੀਆਂ ਹਨ। ਜੇਕਰ ਸਾਨੂੰ ਇਹ ਕਿਹਾ ਜਾਵੇ ਕਿ ਇੱਕ ਲੁੱਡੋ ਦੀ ਡਾਈਸ ਨੂੰ ਇੱਕ ਵਾਰ ਸੁੱਟਿਆ ਗਿਆ ਤੇ ਕੀ ਸੰਭਾਵਨਾ ਹੈ ਕਿ ਉਸ ਦੇ ਉੱਤੇ ਇੱਕ ਜਿਹੜਾ ਹੈਗਾ ਉਹ ਟੌਪ ਦੇ ਉੱਤੇ ਆਏਗਾ। ਦੇਖੋ ਹੁਣ ਇਹਨਾਂ ਵਿੱਚ ਟੋਟਲ ਕਿੰਨੇ ਨੇ ਜੀ 6 ਨੇ ਟੋਟਲ 1 2 3 4 5 6 ਟੋਟਲ 6 ਨੇ। ਇਹਨਾਂ 6 ਦੇ ਵਿੱਚੋਂ ਇੱਕ ਕਿੰਨੀ ਵਾਰ ਲਿਖਿਆ ਇੱਕ ਵਾਰ। ਇਸ ਦਾ ਅਰਥ ਹੈ 1/6 ਯਾਨੀ ਕਿ ਇੱਕ ਡਾਈਸ ਨੂੰ ਜੇਕਰ ਤੁਸੀਂ 6 ਵਾਰ ਸੁੱਟੋਗੇ ਰੋਲ ਕਰੋਗੇ ਤਾਂ ਇਸ ਦੀ ਸੰਭਾਵਨਾ ਹੈ ਕਿ ਇੱਕ ਵਾਰ ਜਿਹੜਾ ਹੈਗਾ 6 ਦੇ ਵਿੱਚੋਂ ਇੱਕ ਵਾਰ ਜਿਹੜਾ ਹੈਗਾ ਉਹ ਇੱਕ ਜਿਹੜਾ ਹੈਗਾ ਟੌਪ ਦੇ ਉੱਤੇ ਆ ਸਕਦਾ ਹੈ। ਇਸੇ ਤਰੀਕੇ ਦੇ ਨਾਲ ਜੇ ਕੋਈ ਤੁਹਾਨੂੰ ਪੁੱਛੇ ਜਿਹੜਾ ਗੇਮ ਜਿੱਤਣੀ ਹੁੰਦੀ ਹੈ ਅਸੀਂ ਕਹਿੰਦੇ ਕਿ 6 ਆਇਆ ਤੇ ਅਸੀਂ ਕੋਈ ਵੀ ਗੀਟੀ ਖੋਲਾਂਗੇ ਤਾਂ 6 ਆਉਣ ਦੀ ਸੰਭਾਵਨਾ ਕੀ ਹੈ 6 ਇੱਥੇ ਕਿੰਨੀ ਵਾਰ ਲਿਖਿਆ ਇੱਕ ਵਾਰ ਲਿਖਿਆ ਕੁੱਲ ਕਿੰਨੇ ਨੇ 6 ਹੈਗੇ ਨੇ। ਇਸ ਦਾ ਅਰਥ ਕੀ ਹੈ 1/6 ਜਿਹੜਾ ਹੈਗਾ ਤੁਹਾਡਾ ਉੱਤਰ ਆ ਜਾਏਗਾ। ਇਸ ਦਾ ਅਰਥ ਵਿਦਿਆਰਥੀਓ ਇਹ ਹੁੰਦਾ ਹੈ ਕਿ ਜੇਕਰ ਤੁਸੀਂ ਇੱਕ ਡਾਈਸ ਨੂੰ 6 ਵਾਰ ਰੋਲ ਕਰਦੇ ਹੋ ਤਾਂ ਉਹਦੇ ਵਿੱਚੋਂ ਘੱਟੋ ਘੱਟ ਇੱਕ ਵਾਰ ਜਿਹੜਾ ਹੈਗਾ ਉਹ 6 ਜ਼ਰੂਰ ਆਏਗਾ। ਹੋ ਸਕਦਾ ਦੇਖੋ ਇਹਨੂੰ ਮੈਂ ਇਸ ਤਰੀਕੇ ਨਾਲ ਵੀ ਸਮਝਾਉਣਾ ਤੁਸੀਂ ਇੱਕ ਡਾਈਸ ਨੂੰ ਰੋਲ ਕੀਤਾ ਪਹਿਲੀ ਵਾਰੀ 6 ਆ ਗਿਆ ਠੀਕ ਹੈ ਫਿਰ ਦੂਜੀ ਤੀਜੀ ਚੌਥੀ ਪੰਜਵੀਂ ਵਾਰ ਨਹੀਂ ਆਇਆ ਮੰਨ ਲਓ ਠੀਕ ਹੈ। ਇਸ ਦਾ ਅਰਥ ਹੋਇਆ ਕਿ 6 ਦੇ ਵਿੱਚੋਂ ਇੱਕ ਵਾਰ ਜਿਹੜਾ ਹੈਗਾ ਉਹ 6 ਆਇਆ ਹੈ ਠੀਕ ਹੈ ਜੀ। ਪਰ ਇਸ ਦਾ ਕਦੀ ਵੀ ਇਹ ਮਤਲਬ ਨਹੀਂ ਹੈਗਾ ਇੱਕ ਬੱਚਾ ਹੈਗਾ ਆ ਉਹਨੇ ਪਹਿਲੀ ਵਾਰ ਸੁੱਟਿਆ 6 ਆਇਆ ਦੂਜੀ ਵਾਰ ਸੁੱਟਿਆ 6 ਆਇਆ ਤੀਜੀ ਵਾਰ ਸੁੱਟਿਆ 6 ਆ ਗਿਆ ਉਹ ਕਹਿੰਦਾ ਲੈ ਸਰ ਤੁਸੀਂ ਤਾਂ ਕਹਿੰਦੇ ਸੀਗੇ ਕਿ 6 ਵਾਰ ਸੁੱਟੂਗੇ 6 ਇੱਕ ਵਾਰ 6 ਆਏਗਾ ਮੈਂ 3 ਵਾਰ ਡਾਈ ਸੁੱਟੀ ਤਾਂ 3 ਵਾਰ 6 ਆ ਗਿਆ ਠੀਕ ਹੈ। ਤੁਸੀਂ ਦੇਖਦੇ ਹਾਂ ਲੁੱਡੋ ਦੀ ਗੇਮ ਦੇ ਵਿੱਚ ਕਈ ਵਾਰ ਏਦਾਂ ਹੁੰਦਾ ਤੇ ਇਸ ਦਾ ਜਵਾਬ ਇਹ ਹੈ ਵਿਦਿਆਰਥੀਓ ਇਹ ਸਿਰਫ ਤੇ ਸਿਰਫ ਇੱਕ ਸੰਭਾਵਨਾ ਹੈ। ਇਹ ਆਮ ਜਨਰਲਾਈਜ਼ ਫਾਰਮ ਦੀ ਹੈ। ਇੱਕ ਸੰਭਾਵਨਾ ਹੈ ਕਿ ਜੇਕਰ ਇੱਕ ਡਾਈਸ ਨੂੰ 6 ਵਾਰ ਰੋਲ ਕੀਤਾ ਜਾਏਗਾ ਤੇ ਇੱਕ ਵਾਰ ਜਿਹੜਾ ਹੈਗਾ ਉਹ 6 ਆਉਣ ਦੀ ਸੰਭਾਵਨਾ ਜਿਹੜੀ ਹੈ ਉਹ ਵੱਧ ਹੁੰਦੀ ਹੈ ਠੀਕ ਹੈ। ਸੋ ਵਿਦਿਆਰਥੀਓ ਇਹ ਜਿਹੜੀ ਚੀਜ਼ ਅਸੀਂ ਕੀਤੀ ਹੈ ਅੱਜ ਦੁਹਰਾਈ ਦੇ ਵਿੱਚ ਜਿਹੜੀ ਚੀਜ਼ ਕਰ ਰਹੇ ਹਾਂ ਇਹਦੇ ਵਿੱਚ ਸੰਭਾਵਨਾ ਜਿਹੜੀ ਹੈਗੀ ਆ ਉਸ ਨੂੰ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੀ ਆਮ ਜ਼ਿੰਦਗੀ ਦੇ ਵਿੱਚ ਸੰਭਾਵਨਾ ਦੀ ਲੋੜ ਕਿੱਥੇ ਹੈ ਠੀਕ ਹੈ ਜੀ। ਦੇਖੋ ਲੋੜ ਦੀ ਗੱਲ ਕਰ ਰਹੇ ਹਾਂ ਮੈਂ ਆਪਣੇ ਪਿਛਲੇ ਲੈਕਚਰ ਵਿੱਚ ਵੀ ਗੱਲ ਕੀਤੀ ਸੀ ਕਿ ਬਾਹਰ ਜੋ ਹੈ ਉਹ ਬਾਰਿਸ਼ ਹੋ ਰਹੀ ਹੈ ਬਾਹਰ ਬੱਦਲਵਾਈ ਹੋਈ ਹੈ ਠੀਕ ਹੈ ਜੀ। ਇੱਕ ਬੱਚਾ ਬਾਹਰ ਜਾਂਦਾ ਪੇਰੈਂਟਸ ਬਾਹਰ ਜਾਂਦੇ ਜਾਂ ਤੁਸੀਂ ਕੋਈ ਪਲਾਨ ਕੀਤਾ ਹੋਇਆ ਬਾਹਰ ਜਾਣ ਦੇ ਲਈ ਜੇ ਤੁਸੀਂ ਬਿਨਾਂ ਪਲੈਨਿੰਗ ਤੋਂ ਹੀ ਬਾਹਰ ਚਲ ਗਏ ਤਾਂ ਤੁਸੀਂ ਆਪਣਾ ਕੰਮ ਪਲਾਨ ਖਰਾਬ ਵੀ ਕਰ ਸਕਦੇ ਹੋ। ਹਾਂ ਜੇਕਰ ਬਾਹਰ ਬੱਦਲਵਾਰੀ ਹੈ ਤੁਸੀਂ ਇਹ ਦੇਖਿਆ ਕਿ ਬਾਰਿਸ਼ ਹੋਣ ਦੀ ਸੰਭਾਵਨਾ ਜ਼ਿਆਦਾ ਹੈ ਤਾਂ ਤੁਸੀਂ ਆਪਣੇ ਸਮਾਨ ਨੂੰ ਕਵਰ ਕਰਨ ਦੇ ਲਈ ਸ਼ੀਟਸ ਲੈ ਕੇ ਜਾਓਗੇ ਤੁਸੀਂ ਆਪਣੇ ਨਾਲ ਛਤਰੀ ਰੱਖੋਗੇ ਤੁਸੀਂ ਆਪਣੇ ਨਾਲ ਪੇਅਰ ਆਫ ਸ਼ੂਜ਼ ਐਕਸਟਰਾ ਰੱਖੋਗੇ ਤੁਸੀਂ ਆਪਣੇ ਇੱਕ ਡਰੈਸ ਰੱਖੋਗੇ ਜੇ ਗਿੱਲੇ ਹੋਗੇ ਤਾਂ ਡਰੈਸ ਚੇਂਜ ਕਰ ਸਕੀਏ ਠੀਕ ਹੈ। ਸੋ ਸੰਭਾਵਨਾ ਜਿਹੜੀ ਹੈ ਉਹ ਸਾਡੀ ਨਿੱਜੀ ਜ਼ਿੰਦਗੀ ਦੇ ਵਿੱਚ ਸਾਡੀ ਵਿਵਹਾਰਿਕ ਜ਼ਿੰਦਗੀ ਦੇ ਵਿੱਚ ਸਾਡੇ ਨਾਲ ਨਾਲ ਚੱਲਦੀ ਹੈ ਠੀਕ ਹੈ ਜੀ। ਤੇ ਇਸ ਦਾ ਮੈਥਮੈਟੀਕਲ ਰੂਪ ਜਿਹੜਾ ਹੈਗਾ ਉਹ ਸਾਡੇ ਸਾਹਮਣੇ ਇਹ ਦਿੱਤਾ ਗਿਆ ਹੈ। ਮੈਂ ਉਮੀਦ ਕਰਦਾ ਹਾਂ ਤੁਹਾਨੂੰ ਵਿਦਿਆਰਥੀਓ ਇਹ ਪੂਰੇ ਚੈਪਟਰ ਦੇ ਵਿੱਚ ਜਿਹੜੀਆਂ ਸਾਰੀਆਂ ਚੀਜ਼ਾਂ ਉਹ ਸਮਝ ਆਈਆਂ ਹੋਣਗੀਆਂ। ਇਸ ਚੈਪਟਰ ਦੇ ਵਿੱਚ ਆਪਾਂ ਕੀ ਕੀਤਾ ਇਸ ਚੈਪਟਰ ਦੇ ਵਿੱਚ ਆਪਾਂ ਆંકੜਿਆਂ ਦਾ ਪ੍ਰਬੰਧਨ ਆંકੜਿਆਂ ਨੂੰ ਸੰਗਠਿਤ ਕਿਵੇਂ ਕਰਨਾ ਹੈ ਆંકੜਿਆਂ ਦਾ ਚਿੱਤਰ ਗ੍ਰਾਫ ਜਿਹਦੇ ਵਿੱਚ ਆਪਾਂ ਛੜ ਗ੍ਰਾਫ ਕੀਤਾ ਦੋਹਰਾ ਛੜ ਗ੍ਰਾਫ ਕੀਤਾ ਮੈਂ 13 ਛੜ ਗ੍ਰਾਫ ਵੀ ਆਪ ਜੀ ਨੂੰ ਕਰਵਾਉਣ ਦੀ ਕੋਸ਼ਿਸ਼ ਕੀਤੀ ਆ ਠੀਕ ਹੈ ਜੀ। ਫਿਰ ਅਸੀਂ ਸੰਭਾਵਨਾ ਕੀਤੀ ਹੈ ਤੇ ਇਹਨਾਂ ਸਾਰੀ ਚੀਜ਼ਾਂ ਨੂੰ ਅਸੀਂ ਕੋਸ਼ਿਸ਼ ਕੀਤੀ ਆ ਕਿ ਅਸੀਂ ਆਮ ਜ਼ਿੰਦਗੀ ਦੇ ਨਾਲ ਜੋੜ ਕੇ ਜਿਹੜਾ ਹੈਗਾ ਇਹਨਾਂ ਨੂੰ ਸਮਝ ਸਕੀਏ। ਮੈਂ ਉਮੀਦ ਕਰਦਾ ਹਾਂ ਤੁਹਾਨੂੰ ਇਹ ਲੈਕਚਰ ਪਸੰਦ ਆਇਆ ਹੋਵੇਗਾ। ਧੰਨਵਾਦ।